ਡਾਕਟਰ ਨਰਿੰਦਰ ਕਪੂਰ ਦੀ ਪੁਸਤਕ ਖਿੜਕੀਆਂ। ਪਹਿਲੀ ਘਟਨਾ। ਇੱਕ ਲੜਕੀ ਨੂੰ ਉਹਦੀ ਮਾਂ ਅੱਖਾਂ ਦੇ ਡਾਕਟਰ ਕੋਲ ਲੈ ਕੇ ਗਈ। ਕਿਹਾ, ਮੇਰੀ ਇਹ ਧੀ ਨਾ ਇਹ ਕੁਝ ਵੇਖਦੀ ਹੈ, ਨਾ ਇਹਨੂੰ ਕੁਝ ਦਿਸਦਾ ਹੈ। ਡਾਕਟਰ ਨੇ ਜਾਂਚ ਕਰਕੇ ਕਿਹਾ, ਅੱਖਾਂ ਪੂਰੀ ਤਰ੍ਹਾਂ ਠੀਕ ਹਨ। ਮਾਂ ਨੇ ਕਿਹਾ, ਜੇ ਅੱਖਾਂ ਠੀਕ ਹਨ ਤਾਂ ਇਹਨੂੰ ਕੁਝ ਦਿਸਦਾ ਕਿਉਂ ਨਹੀਂ? ਡਾਕਟਰ ਨੇ ਕਿਹਾ, ਵਿਗਿਆਨਕ ਪੱਖੋਂ ਅੱਖਾਂ ਠੀਕ ਹਨ, ਮਾਨਸਿਕ ਪੱਖੋਂ ਇਹ ਜੋਤਹੀਨ ਹੈ। ਦੱਸਦੀ ਹੈ ਕਿਸੇ ਨਾਲ ਪਿਆਰ ਹੋ ਗਿਆ ਸੀ, ਉਹ ਪਿਆਰ ਜਿਹੜਾ ਜ਼ਿੰਦਗੀ 'ਚ ਕਿਸੇ ਨਾਲ ਇੱਕ ਵਾਰ ਹੀ ਹੁੰਦਾ ਹੈ, ਜਿਸ 'ਚ ਪ੍ਰੇਮੀ ਤੋਂ ਸਿਵਾਏ ਕੁਝ ਚੰਗਾ ਨਹੀਂ ਲੱਗਦਾ, ਕੁਝ ਨਹੀਂ ਦਿਸਦਾ। ਪਰ ਪਰਿਵਾਰ ਨੇ ਇਹਦਾ ਆਪਣੇ ਪ੍ਰੇਮੀ ਨਾਲ ਮਿਲਣਾ ਬੰਦ ਕਰ ਦਿੱਤਾ ਸੀ ਅਤੇ ਇਹਨੂੰ ਲੰਮਾ ਅਰਸਾ ਇੱਕ ਹਨੇਰੇ ਕਮਰੇ 'ਚ ਬੰਦ ਰੱਖਿਆ ਗਿਆ ਸੀ। ਇਹ ਕਹਿੰਦੀ ਹੈ ਕਿ ਇਹਨੇ ਆਪਣੇ ਪ੍ਰੇਮੀ ਨੂੰ ਆਪਣੇ ਅੰਦਰ ਵਸਾ ਲਿਆ ਹੈ। ਇਸ ਵਿੱਚ ਉਸ ਤੋਂ ਸਿਵਾਏ ਕਿਸੇ ਹੋਰ ਨੂੰ, ਕਿਸੇ ਚੀਜ਼ ਨੂੰ ਵੇਖਣ ਦੀ ਇੱਛਾ ਹੀ ਨਹੀਂ ਰਹੀ। ਇਹਦੀਆਂ ਅੱਖਾਂ ਨੇ ਖੁਦਕੁਸ਼ੀ ਕਰ ਲਈ ਹੈ। ਇਹ ਆਪ ਭਾਵੇਂ ਜਿਉਂਦੀ ਹੈ, ਪਰ ਇਹਦੀਆਂ ਅੱਖਾਂ ਮਰ ਗਈਆਂ। ਧੰਨਵਾਦ। ਅਗਲੀ ਘਟਨਾ। ਵਿਸ਼ਵਾਸ ਉਹ ਹੁੰਦਾ ਹੈ ਜੋ ਸਾਨੂੰ ਤਾਕਤ ਦਿੰਦਾ ਹੈ। ਇੱਕ ਛੋਟੀ ਲੜਕੀ ਰੋਜ਼ ਸੌਣ ਤੋਂ ਪਹਿਲਾਂ ਪ੍ਰਾਰਥਨਾ ਕਰਦੀ ਸੀ ਅਤੇ ਰੱਬ ਨਾਲ ਆਪਣੀਆਂ ਖੁਸ਼ੀਆਂ ਅਤੇ ਚਿੰਤਾਵਾਂ ਸਾਂਝੀਆਂ ਕਰਦੀ ਸੀ। ਇੱਕ ਰਾਤ ਉਹ ਅਰਦਾਸ ਕਰ ਰਹੀ ਸੀ ਕਿ ਰੱਬ ਜੀ, ਮੇਰਾ ਟੁੱਟਿਆ ਹੋਇਆ ਖਿਡੌਣਾ ਠੀਕ ਕਰ ਦਿਓ। ਵੱਡੇ ਭਰਾ ਨੇ ਸੁਣ ਕੇ ਕਿਹਾ, ਝੱਲੀ ਨਾ ਹੋਵੇ ਤਾਂ ਰੱਬ ਕੋਈ ਵਿਹਲਾ ਬੈਠਾ ਹੈ ਕਿ ਉਹ ਤੇਰੇ ਵਰਗੀ ਦੇ ਟੁੱਟੇ ਖਿਡੌਣੇ ਠੀਕ ਕਰਦਾ ਫਿਰੇ। ਸਵੇਰੇ ਉੱਠਿਆ, ਭੈਣ ਨੂੰ ਛੇੜਦਿਆਂ ਪਿਆਰ ਨਾਲ ਕਿਹਾ, ਵੇਖ, ਰੱਬ ਨੇ ਕੁਝ ਨਹੀਂ ਕੀਤਾ। ਭੈਣ ਨੇ ਪੂਰੇ ਵਿਸ਼ਵਾਸ ਨਾਲ ਕਿਹਾ, ਹਾਂ ਹਾਂ, ਰੱਬ ਨੇ ਮੇਰੀ ਅਰਦਾਸ ਮੰਨ ਲਈ ਹੈ। ਰਾਤੀਂ ਰੱਬ ਮੇਰੇ ਸੁਪਨੇ 'ਚ ਆਇਆ ਸੀ। ਮੇਰਾ ਟੁੱਟਿਆ ਖਿਡੌਣਾ ਰੱਬ ਦੇ ਹੱਥ ਵਿੱਚ ਸੀ। ਰੱਬ ਨੇ ਮੈਨੂੰ ਕਿਹਾ ਸੀ, ਹੁਣ ਤੂੰ ਇਹਨਾਂ ਖਿਡੌਣਿਆਂ ਨੂੰ ਛੱਡ ਦੇ, ਹੁਣ ਤੂੰ ਵੱਡੀ ਹੋ ਗਈ ਹੈ। ਧੰਨਵਾਦ। ਨੈਕਸਟ। ਲਾਨ ਟੈਨਿਸ ਦੇ ਵਿਸ਼ਵ ਚੈਂਪੀਅਨ ਆਰਥਰ ਐਸ਼ ਨੂੰ ਜਾਨਲੇਵਾ ਰੋਗ ਹੋਣ 'ਤੇ ਵਿਸ਼ਵ ਭਰ ਵਿੱਚੋਂ ਟੈਨਿਸ ਪ੍ਰੇਮੀਆਂ ਅਤੇ ਪ੍ਰਸ਼ੰਸਕਾਂ ਦੇ ਹਮਦਰਦੀ ਦੇ ਸੁਨੇਹੇ ਪ੍ਰਾਪਤ ਹੋਏ। ਇੱਕ ਪੱਤਰ 'ਚ ਲਿਖਿਆ ਸੀ, ਆਖਰ ਪਰਮਾਤਮਾ ਨੇ ਤੁਹਾਨੂੰ ਹੀ ਇਸ ਰੋਗ ਲਈ ਕਿਉਂ ਚੁਣਿਆ? ਐਸ਼ ਨੇ ਉੱਤਰ ਦਿੱਤਾ ਸੀ, ਸੰਸਾਰ ਵਿੱਚ ਹਰ ਸਾਲ 5 ਕਰੋੜ ਬੱਚੇ ਟੈਨਿਸ ਖੇਡਣਾ ਸਿੱਖਦੇ ਹਨ। 50 ਲੱਖ ਸਿੱਖਦੇ ਰਹਿੰਦੇ ਹਨ। 50,000 ਚੰਗੇ ਖਿਡਾਰੀ ਬਣ ਜਾਂਦੇ ਹਨ। 5,000 ਮੁਕਾਬਲੇ ਦੀ ਪੱਧਰ ਤੱਕ ਖੇਡਦੇ ਹਨ ਅਤੇ ਮੁਕਾਬਲਿਆਂ ਵਿੱਚ ਭਾਗ ਲੈਂਦੇ ਹਨ। ਇਹਨਾਂ ਵਿੱਚੋਂ 50 ਅੰਤਰਰਾਸ਼ਟਰੀ ਪੱਧਰ ਤੱਕ ਅੱਪੜਦੇ ਹਨ, ਜਿਨ੍ਹਾਂ ਵਿੱਚੋਂ 4 ਸੈਮੀਫਾਈਨਲ ਅਤੇ 2 ਫਾਈਨਲ ਮੁਕਾਬਲੇ 'ਚ ਖੇਡਦੇ ਹਨ ਅਤੇ ਇੱਕ ਵਿਸ਼ਵ ਚੈਂਪੀਅਨ ਬਣਦਾ ਹੈ। ਜਦੋਂ ਮੈਂ ਵਿਸ਼ਵ ਚੈਂਪੀਅਨ ਬਣਿਆ ਸੀ ਤਾਂ ਮੈਂ ਰੱਬ ਨੂੰ ਨਹੀਂ ਸੀ ਪੁੱਛਿਆ ਕਿ ਮੈਂ ਹੀ ਕਿਉਂ ਚੈਂਪੀਅਨ ਚੁਣਿਆ ਗਿਆ ਸਾਂ। ਹੁਣ ਮੈਂ ਪਰਮਾਤਮਾ ਨੂੰ ਕਿਉਂ ਪੁੱਛਾਂ ਕਿ ਇਸ ਰੋਗ ਲਈ ਮੈਂ ਕਿਉਂ ਚੁਣਿਆ ਗਿਆ ਹਾਂ? ਧੰਨਵਾਦ। ਨੈਕਸਟ। ਹਾਲਾਤ ਬਦਲਣ ਨਾਲ ਮਨੁੱਖ ਦੀਆਂ ਤਰਜੀਹਾਂ ਅਤੇ ਉਦੇਸ਼ ਬਦਲ ਜਾਂਦੇ ਹਨ। ਇੱਕ ਥਾਂ ਕੁਝ ਅਪੰਗ ਵਿਅਕਤੀ ਰਲ ਕੇ ਰਹਿੰਦੇ ਸਨ। ਕਿਉਂਕਿ ਸਾਰੇ ਕਿਸੇ ਨਾ ਕਿਸੇ ਪੱਖੋਂ ਅਪੰਗ ਸਨ, ਸੋ ਉਹਨਾਂ ਵਿੱਚ ਆਪਸੀ ਭਾਈਚਾਰਾ ਬੜਾ ਪੀਡਾ ਸੀ। ਥੁੜ ਕਾਰਨ ਨਿਰਭਰਤਾ ਉਪਜਦੀ ਹੈ ਅਤੇ ਨਿਰਭਰਤਾ ਨੇੜਤਾ ਉਸਾਰਦੀ ਹੈ। ਉਹ ਇੱਕ ਮੀਂਹ ਵਾਲੀ ਰਾਤ ਆਪਸ ਵਿੱਚ ਗੱਲਾਂ ਕਰ ਰਹੇ ਸਨ। ਅੰਨੇ ਨੇ ਕਿਹਾ, ਜੇ ਅੱਖਾਂ ਹੁੰਦੀਆਂ, ਜਿੱਥੇ ਬੁਰਾਈ ਦਿਸਦੀ ਝੱਟ ਠੀਕ ਕਰ ਦਿੰਦਾ। ਲੰਗੜੇ ਨੇ ਕਿਹਾ, ਜੇ ਲੱਤਾਂ ਹੁੰਦੀਆਂ ਤਾਂ ਦੌੜ ਦੌੜ ਕੇ ਲੋਕਾਂ ਦੀ ਸੇਵਾ ਕਰਦਾ। ਟੁੰਡੇ ਨੇ ਕਿਹਾ, ਜੇ ਬਾਹਾਂ ਹੁੰਦੀਆਂ ਤਾਂ ਬਦਮਾਸ਼ਾਂ ਨੂੰ ਖੂਬ ਦੰਡ ਦਿੰਦਾ। ਨਿਰਧਨ ਨੇ ਕਿਹਾ, ਜੇ ਧਨਵਾਨ ਹੁੰਦਾ ਤਾਂ ਗਰੀਬਾਂ ਦੀ ਹਰ ਪੱਖੋਂ ਭਰਪੂਰ ਮਦਦ ਕਰਦਾ। ਅਨਪੜ੍ਹ ਨੇ ਕਿਹਾ, ਜੇ ਵਿਦਵਾਨ ਹੁੰਦਾ ਤਾਂ ਗਿਆਨ ਦੀ ਗੰਗਾ ਵਗਾ ਦਿੰਦਾ। ਸੰਯੋਗਵਸ ਹਰ ਕੋਈ ਜੋ ਮੰਗਦਾ ਸੀ ਉਹਨੂੰ ਉਹ ਮਿਲ ਗਿਆ। ਅੰਨਾ ਸੁੰਦਰੀਆਂ ਨੂੰ ਵੇਖਣ ਤੇ ਘੱਗਰਿਆਂ ਦੀ ਰੌਣਕ 'ਚ ਗੁਆਚ ਗਿਆ। ਲੰਗੜਾ ਪਰਸ ਤੇ ਚੇਨੀਆਂ ਖੋ ਕੇ ਦੌੜਨ ਲੱਗ ਪਿਆ। ਟੁੰਡਾ ਦੰਗੇ ਫਸਾਦ ਕਰਨ ਵਿੱਚ ਰੁੱਝ ਗਿਆ। ਨਿਰਧਨ ਰਿਸ਼ਵਤਾਂ ਲੈਣ ਲੱਗ ਪਿਆ ਅਤੇ ਅਨਪੜ੍ਹ ਆਪਣੀ ਚਤੁਰਾਈ ਨਾਲ ਹਰ ਕਿਸੇ ਨੂੰ ਮੂਰਖ ਬਣਾਉਣ ਲੱਗ ਪਿਆ। ਧੰਨਵਾਦ। ਨੈਕਸਟ।
ਪੁੱਤਰ ਬਿਮਾਰ ਸੀ, ਦਿਮਾਗ ਵਿੱਚ ਰਸੌਲੀ ਸੀ। ਆਪਰੇਸ਼ਨ ਲਈ ਪੈਸੇ ਨਹੀਂ ਸਨ। ਪਰਿਵਾਰ ਪਰੇਸ਼ਾਨ ਸੀ। ਪਤੀ ਨੇ ਪਤਨੀ ਨੂੰ ਕਿਹਾ, ਸਾਡੇ ਪੁੱਤਰ ਨੂੰ ਹੁਣ ਕੋਈ ਚਮਤਕਾਰ ਹੀ ਬਚਾ ਸਕਦਾ ਹੈ। ਇਹ ਗੱਲ ਸੁਣ ਕੇ ਬਿਮਾਰ ਪੁੱਤਰ ਦੀ 8 ਸਾਲ ਦੀ ਭੈਣ ਸੋਨੀਆ ਆਪਣੇ ਕਮਰੇ 'ਚ ਗਈ। ਆਪਣੀ ਬੁੱਗਣੀ ਤੋੜੀ। ਉਸ ਵਿੱਚ ਜਿੰਨੀ ਭਾਨ ਸੀ ਉਹ ਲੈ ਕੇ ਉਹ ਇਕੱਲੀ ਦਵਾਈਆਂ ਦੀ ਦੁਕਾਨ 'ਤੇ ਗਈ। ਸੋਨੀਆ ਇੰਨੀ ਛੋਟੀ ਸੀ ਕਿ ਦੁਕਾਨਦਾਰ ਨੂੰ ਦਿਸੀ ਹੀ ਨਹੀਂ। ਕੈਮਿਸਟ ਨੇ ਉੱਪਰੋਂ ਜਦੋਂ ਝੁੱਕ ਕੇ ਵੇਖਿਆ ਤਾਂ ਪੁੱਛਿਆ, ਕੀ ਚਾਹੀਦਾ ਹੈ? ਸੰਯੋਗਵਸ ਕੈਮਿਸਟ ਦਾ ਭਰਾ ਕਾਰਲਟਨ, ਜਿਹੜਾ ਪ੍ਰਸਿੱਧ ਨਿਊਰੋ ਸਰਜਨ ਸੀ, ਉੱਥੇ ਬੈਠਾ ਸੀ। ਸੋਨੀਆ ਨੇ ਕਿਹਾ, ਮੈਨੂੰ ਚਮਤਕਾਰ ਚਾਹੀਦਾ ਹੈ। ਮੇਰਾ ਭਰਾ ਬਿਮਾਰ ਹੈ, ਉਹਦੇ ਸਿਰ 'ਚ ਕੋਈ ਬਿਮਾਰੀ ਹੈ। ਮੇਰੇ ਪਿਤਾ ਕਹਿੰਦੇ ਹਨ, ਇਸ ਨੂੰ ਤਾਂ ਹੁਣ ਕੋਈ ਚਮਤਕਾਰ ਹੀ ਬਚਾ ਸਕਦਾ ਹੈ। ਮੈਂ ਉਹ ਚਮਤਕਾਰ ਲੈਣ ਆਈ ਹਾਂ। ਕਾਰਲਟਨ ਨੇ ਪੁੱਛਿਆ, ਤੇਰੇ ਭਰਾ ਨੂੰ ਕਿਹੋ ਜਿਹਾ ਚਮਤਕਾਰ ਚਾਹੀਦਾ ਹੈ? ਅਥਰੂਆਂ ਨਾਲ ਭਰੀਆਂ ਅੱਖਾਂ ਨਾਲ ਸੋਨੀਆ ਨੇ ਕਿਹਾ, ਮੈਨੂੰ ਨਹੀਂ ਪਤਾ ਚਮਤਕਾਰ ਕਿਹੋ ਜਿਹਾ ਹੁੰਦਾ ਹੈ। ਮੈਂ ਤਾਂ ਜਾਣਦੀ ਹਾਂ ਕਿ ਉਹ ਬਹੁਤ ਬਿਮਾਰ ਹੈ। ਉਹਨੂੰ ਆਪਰੇਸ਼ਨ ਦੀ ਲੋੜ ਹੈ, ਜਿਸ ਵਾਸਤੇ ਸਾਡੇ ਕੋਲ ਪੈਸੇ ਨਹੀਂ ਹਨ। ਕਾਰਲਟਨ ਨੇ ਉਹਦੀ ਮਿੱਟੀ ਹੋਈ ਮੁੱਠੀ ਵੇਖ ਕੇ ਪੁੱਛਿਆ, ਤੇਰੇ ਕੋਲ ਚਮਤਕਾਰ ਖਰੀਦਣ ਲਈ ਕਿੰਨੇ ਪੈਸੇ ਹਨ? ਸੋਨੀਆ ਨੇ ਦੱਸਿਆ, ਮੈਂ ਆਪਣੀ ਬੁੱਗਣੀ ਤੋੜ ਕੇ ਸਾਰੇ ਪੈਸੇ ਲੈ ਆਈ ਹਾਂ। $1 ਤੇ 11 ਸੈਂਟ ਹਨ। ਕਾਰਲਟਨ ਨੇ ਕਿਹਾ, ਚਮਤਕਾਰ ਵਾਸਤੇ ਕਾਫੀ ਹਨ। ਕਾਰਲਟਨ ਨੇ ਸੋਨੀਆ ਦਾ ਹੱਥ ਫੜ ਕੇ ਕਿਹਾ, ਮੈਨੂੰ ਆਪਣੇ ਭਰਾ ਕੋਲ ਲੈ ਚੱਲ। ਉਸ ਡਾਕਟਰ ਕਾਰਲਟਨ ਨੇ ਆਪਣੇ ਹਸਪਤਾਲ ਵਿੱਚ ਮੁਫਤ ਆਪਰੇਸ਼ਨ ਕੀਤਾ। ਗਰੀਬ ਪਰਿਵਾਰ ਦਾ ਪੁੱਤਰ ਠੀਕ ਹੋ ਗਿਆ। ਸੋਨੀਆ ਦੀ ਮਾਂ ਨੇ ਹੈਰਾਨੀ ਨਾਲ ਡਾਕਟਰ ਤੋਂ ਪੁੱਛਿਆ ਕਿ ਚਮਤਕਾਰ ਦੀ ਕੀਮਤ ਕੀ ਸੀ ਤੇ ਕਿਸ ਨੇ ਚੁਕਾਈ ਸੀ। ਕਾਰਲਟਨ ਨੇ ਕਿਹਾ, ਇਹਦੀ ਕੀਮਤ ਇੱਕ ਭੈਣ ਦੇ ਅਥਰੂ ਤੇ ਮਾਨਵਤਾ ਵਿੱਚ ਅਟੁੱਟ ਵਿਸ਼ਵਾਸ ਸੀ। ਇਹ ਕੀਮਤ ਤੁਹਾਡੀ ਬੇਟੀ ਸੋਨੀਆ ਨੇ ਚੁਕਾਈ। ਨੈਕਸਟ, ਪ੍ਰਸਿੱਧ ਚਿੱਤਰਕਾਰ ਤੇ ਮੂਰਤੀਕਾਰ ਮਾਈਕਲ ਐਂਜਲੋ ਪੱਥਰਾਂ ਦੀ ਇੱਕ ਦੁਕਾਨ ਅੱਗੋਂ ਲੰਘ ਰਿਹਾ ਸੀ। ਬਾਹਰ ਇੱਕ ਵੱਡਾ ਬੇਢੱਬਾ ਮੈਲਾ ਜਿਹਾ ਪੱਥਰ ਵੇਖਿਆ। ਪਤਾ ਨਹੀਂ ਮਾਈਕਲ ਐਂਜਲੋ ਨੇ ਪੱਥਰ ਵੇਖਿਆ ਜਾਂ ਪੱਥਰ ਨੇ ਮਾਈਕਲ ਐਂਜਲੋ ਨੂੰ ਵੇਖਿਆ। ਮਾਈਕਲ ਨੇ ਕੀਮਤ ਪੁੱਛੀ। ਮਾਲਕ ਨੇ ਕਿਹਾ, ਕੋਈ ਕੀਮਤ ਨਹੀਂ, ਇਹਨੇ ਬੜੀ ਥਾਂ ਮੱਲੀ ਹੋਈ ਹੈ, ਕੋਈ ਨਹੀਂ ਲੈਂਦਾ, ਤੂੰ ਮੁਫਤ ਹੀ ਲੈ ਜਾ। ਜੋ ਕੀਮਤ ਮਾਈਕਲ ਐਂਜਲੋ ਦੇ ਸਕਦਾ ਸੀ ਦਿੱਤੀ ਤੇ ਪੱਥਰ ਚੁਕਵਾ ਕੇ ਲੈ ਗਿਆ। ਉਸ ਪੱਥਰ ਵਿੱਚ ਉਹਨੇ 17 ਫੁੱਟ ਉੱਚੀ ਡੇਵਿਡ ਦੀ ਮੂਰਤੀ ਬਣਾਈ। ਜਿਉਂਦੀ ਜਾਗਦੀ ਮੂਰਤੀ, ਤੇਜਸਵੀ, ਪ੍ਰਭਾਵਸ਼ਾਲੀ, ਵਿਸ਼ਵ ਪ੍ਰਸਿੱਧ ਮੂਰਤੀ। ਪੱਥਰ ਵਾਲੇ ਨੂੰ ਬੁਲਾਇਆ, ਵੇਖ, ਇਹ ਉਹੀ ਪੱਥਰ ਹੈ। ਤੇਰੀ ਦੁਕਾਨ ਦੇ ਬਾਹਰ ਪਿਆ। ਜਦੋਂ ਮੈਂ ਇਹ ਪੱਥਰ ਵੇਖਿਆ ਸੀ ਤਾਂ ਮੈਨੂੰ ਮੂਰਤੀ ਨੇ ਕਿਹਾ ਸੀ, ਮੈਂ ਇਸ ਪੱਥਰ 'ਚ ਕੈਦ ਹਾਂ, ਮੈਨੂੰ ਬਾਹਰ ਕੱਢ। ਮੈਂ ਇਹ ਮੂਰਤੀ ਬਣਾਈ ਨਹੀਂ, ਇਸ ਵਿੱਚੋਂ ਮੈਨੂੰ ਡੇਵਿਡ ਦਿਸਿਆ ਸੀ। ਮੈਂ ਤਾਂ ਵਾਧੂ ਪੱਥਰ ਛਿੱਲ ਦਿੱਤਾ ਹੈ ਤੇ ਡੇਵਿਡ ਬਾਹਰ ਨਿਕਲ ਆਇਆ। ਧੰਨਵਾਦ। ਨੈਕਸਟ, ਇੱਕ ਵਿਅਕਤੀ ਬੜਾ ਵਿਦਵਾਨ ਸੀ। ਢੇਰ ਗਿਆਨ ਦੇ ਬਾਵਜੂਦ ਉਹਦੀ ਤਸੱਲੀ ਨਹੀਂ ਸੀ ਹੋਈ। ਗੁਰੂ ਦੀ ਤਲਾਸ਼ ਕੀਤੀ, ਲੱਭ ਲਿਆ, ਕਿਹਾ, ਕੁਝ ਦੱਸੋ। ਗੁਰੂ ਨੇ ਕਿਹਾ, ਤੂੰ ਜੋ ਜਾਣਦਾ ਹੈ ਉਹ ਲਿਖ ਲਿਆ। ਕਈ ਮਹੀਨੇ ਲਾ ਕੇ ਹਜ਼ਾਰਾਂ ਪੰਨੇ ਲਿਖ ਲਿਆਏ। ਵੇਖ ਕੇ ਗੁਰੂ ਨੇ ਕਿਹਾ, ਇੰਨੇ ਕੌਣ ਪੜ੍ਹੇਗਾ। ਸੰਖੇਪ ਕਰਕੇ ਲਿਆ। ਇਹਨਾਂ ਹਜ਼ਾਰਾਂ ਪੰਨਿਆਂ ਦੇ ਉਹਨੇ 1000 ਪੰਨੇ ਬਣਾਏ। ਗੁਰੂ ਨੇ ਕਿਹਾ, ਹੋਰ ਸੰਖੇਪ ਕਰ। 100 ਪੰਨੇ ਕਰ ਦਿੱਤੇ। ਹੋਰ ਸੰਖੇਪ ਕਰ। 10 ਪੰਨੇ ਰਹਿ ਗਏ। ਹੋਰ ਸੰਖੇਪ ਕਰਨ ਲਈ ਕਿਹਾ। 1 ਪੰਨਾ ਕਰ ਲਿਆ। ਗੁਰੂ ਨੇ ਕਿਹਾ, ਵੀ ਸਮਝ ਨਹੀਂ ਆਇਆ, ਹੋਰ ਸੰਖੇਪ ਕਰ। ਅਖੀਰ ਤੇ ਉਹ ਖਾਲੀ ਪੰਨਾ ਲੈ ਕੇ ਆਇਆ। ਹਾਂ, ਇਹ ਠੀਕ ਹੈ, ਹੁਣ ਤੂੰ ਮੇਰਾ ਵਿਦਿਆਰਥੀ ਹੈ, ਸ਼ਿਸ਼ ਹੈ, ਸਭ ਕੁਝ ਹੈ। ਪਹਿਲਾਂ ਤੇਰੇ ਮੇਰੇ ਵਿਚਕਾਰ ਗਿਆਨ ਦੀ ਦੀਵਾਰ ਸੀ। ਵਿਦਿਆਰਥੀ ਜਾਂ ਸ਼ਿਸ਼ ਉਹ ਹੁੰਦਾ ਹੈ ਜੋ ਗੁਰੂ ਜਾਂ ਅਧਿਆਪਕ ਕੋਲ ਇਸ ਭਾਵ ਨਾਲ ਜਾਵੇ ਕਿ ਉਹ ਕੁਝ ਨਹੀਂ ਜਾਣਦਾ। ਨੈਕਸਟ, ਇੰਗਲੈਂਡ ਦੇ ਸ਼ਹਿਜ਼ਾਦੇ ਚਾਰਲਸ ਦੀ ਪਤਨੀ ਡਾਇਨਾ ਦੀ ਮੌਤ
ਉਹਦੇ ਮਿਸਰੀ ਪ੍ਰੇਮੀ ਨਾਲ ਡੱਚ ਡਰਾਈਵਰ ਵਾਲੀ ਜਰਮਨ ਕਾਰ ਵਿੱਚ ਫਰਾਂਸੀਸੀ ਸੁਰੰਗ ਲੰਘਦਿਆਂ ਉਦੋਂ ਹੋਈ ਜਦੋਂ ਉਹਨਾਂ ਦੇ ਪਿੱਛੇ ਇਤਾਲਵੀ ਫੋਟੋਗ੍ਰਾਫਰ ਜਾਪਾਨੀ ਕੈਮਰਿਆਂ ਨਾਲ ਅਮਰੀਕਨ ਮੋਟਰਸਾਈਕਲਾਂ 'ਤੇ ਪਿੱਛਾ ਕਰ ਰਹੇ ਸਨ। ਹਸਪਤਾਲ 'ਚ ਪੁਰਤਗਾਲੀ ਡਾਕਟਰ ਨੇ ਬ੍ਰਾਜ਼ੀਲੀ ਦਵਾਈਆਂ ਨਾਲ ਅਤੇ ਸਵਿਟਜ਼ਰਲੈਂਡੀ ਸੰਦਾਂ ਨਾਲ ਉਹਨੂੰ ਬਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ। ਇਹ ਖਬਰ ਇੱਕ ਹਿੰਦੁਸਤਾਨੀ ਨੇ ਚੀਨੀ ਫੋਨ ਉੱਤੇ ਆਸਟ੍ਰੇਲੀਆ 'ਚ ਰਹਿੰਦੇ ਸਪੈਨਿਸ਼ ਕੰਪਨੀ 'ਚ ਕੰਮ ਕਰਦੇ ਆਪਣੇ ਪੁੱਤਰ ਨੂੰ ਦਿੱਤੀ। ਅਜੋਕੇ ਸੰਸਾਰ ਦਾ ਇਹ ਵਰਤਾਰਾ ਵਿਸ਼ਵੀਕਰਨ ਹੈ। ਨੈਕਸਟ, ਜੋ ਸਾਡੇ ਲਈ ਅਸੰਭਵ ਹੁੰਦਾ ਹੈ ਉਹਨੂੰ ਸਾਡੇ ਬੱਚੇ ਸੰਭਵ ਕਰ ਵਿਖਾਉਂਦੇ ਹਨ। ਬੱਚਿਆਂ ਵਿੱਚ ਅਸੰਭਵ ਨੂੰ ਸੰਭਵ ਬਣਾਉਣ ਦੀ ਹਿੰਮਤ ਬੀਜੋ। ਜੇ ਬੱਚਿਆਂ ਦੀ ਆਲੋਚਨਾ ਹੀ ਕਰਦੇ ਰਹੋਗੇ ਉਹ ਸਾਰਾ ਜੀਵਨ ਹੋਰਾਂ ਨੂੰ ਭੰਡਣ ਵਿੱਚ ਹੀ ਲਾ ਦੇਣਗੇ। ਜੇ ਉਹਨਾਂ ਦੀਆਂ ਸੁਭਾਵਕ ਭਾਵਨਾਵਾਂ ਦਾ ਵਿਰੋਧ ਕਰੋਗੇ ਉਹ ਹਿੰਸਕ ਅਤੇ ਲੜਾਕੇ ਹੋ ਨਿਬੜਨਗੇ। ਜੇ ਉਹਨਾਂ ਨੂੰ ਡਰ ਪਾਓਗੇ ਉਹ ਹਰ ਚੀਜ਼ ਤੋਂ ਡਰਨਗੇ। ਜੇ ਉਹਨਾਂ ਤੋਂ ਤਰਸ ਕਰੋਗੇ, ਹਰ ਥਾਂ ਸਹਾਰਾ ਬਣੋਗੇ ਤਾਂ ਉਹ ਨਿੱਕੀਆਂ ਨਿੱਕੀਆਂ ਗੱਲਾਂ 'ਤੇ ਢੇਰੀ ਢਾਹ ਬੈਠਣਗੇ। ਜੇ ਉਹਨਾਂ ਦਾ ਮਖੌਲ ਉਡਾਓਗੇ ਉਹ ਲੁਕਣ ਲੱਗ ਜਾਣਗੇ। ਜੇ ਉਹਨਾਂ 'ਚ ਈਰਖਾ ਸਾੜਾ ਨਹੀਂ ਕੱਢੋਗੇ ਉਹ ਹੀਨ ਭਾਵਨਾ ਤੋਂ ਕਦੀ ਮੁਕਤ ਨਹੀਂ ਹੋਣਗੇ। ਜੇ ਉਹਨਾਂ ਨੂੰ ਸ਼ਰਮਸਾਰ ਕਰਦੇ ਰਹੋਗੇ ਤਾਂ ਉਹਨਾਂ ਦਾ ਦ੍ਰਿਸ਼ਟੀਕੋਣ ਸੰਕੀਰਨ ਹੋ ਜਾਏਗਾ। ਜੇ ਉਹਨਾਂ ਵਿੱਚ ਨੁਕਸ ਹੀ ਕੱਢਦੇ ਰਹੋਗੇ ਤਾਂ ਉਹ ਕੁਝ ਨਵਾਂ ਨਹੀਂ ਕਰਨਗੇ। ਪਰ ਜੇ ਉਹਨਾਂ ਨਾਲ ਸਬਰ ਨਾਲ ਪੇਸ਼ ਆਓਗੇ ਤਾਂ ਉਹ ਧੀਰਜਵਾਨ ਬਣ ਜਾਣਗੇ। ਜੇ ਉਹਨਾਂ ਵਿੱਚ ਸਵੈ ਵਿਸ਼ਵਾਸ ਭਰੋਗੇ ਤਾਂ ਉਹ ਹਰ ਮੁਸ਼ਕਲ ਨੂੰ ਹੱਲ ਕਰ ਵਿਖਾਉਣਗੇ। ਜੇ ਉਹਨਾਂ ਦੇ ਚੰਗੇ ਕੰਮਾਂ ਦੀ ਸਿਫਤ ਕਰੋਗੇ ਤਾਂ ਉਹਨਾਂ ਵਿੱਚ ਦੂਜਿਆਂ ਨੂੰ ਸਲਾਹੁਣ ਦੀ ਦਲੇਰੀ ਉਪਜੇਗੀ। ਜੇ ਉਹਨਾਂ ਨੂੰ ਜਿਵੇਂ ਉਹ ਹਨ ਉਵੇਂ ਪ੍ਰਵਾਨ ਕਰੋਗੇ ਤਾਂ ਉਹਨਾਂ ਨੂੰ ਹਰ ਕਿਸੇ ਨਾਲ ਰਹਿਣ ਦੀ ਜਾਚ ਆ ਜਾਏਗੀ। ਜੇ ਉਹਨਾਂ ਦੇ ਗੁਣਾਂ ਨਾਲ ਦੋਸ਼ਾਂ ਨੂੰ ਵੀ ਸਵੀਕਾਰ ਕਰੋਗੇ ਉਹ ਸਾਰੇ ਸੰਸਾਰ ਨੂੰ ਆਪਣਾ ਸਮਝਣਗੇ। ਜੇ ਉਹਨਾਂ ਨੂੰ ਇਮਾਨਦਾਰੀ ਅਤੇ ਵਫਾਦਾਰੀ ਸਿਖਾਓਗੇ ਤਾਂ ਉਹ ਸੱਚ ਅਤੇ ਇਨਸਾਫ ਦੇ ਪਹਿਰੇਦਾਰ ਬਣ ਜਾਣਗੇ। ਜੇ ਉਹਨਾਂ ਵਿੱਚ ਸੁਰੱਖਿਆ ਅਤੇ ਸੁਤੰਤਰਤਾ ਦੀ ਭਾਵਨਾ ਜਗਾਓਗੇ ਤਾਂ ਉਹਨਾਂ ਵਿੱਚ ਦੂਜਿਆਂ ਦਾ ਧਿਆਨ ਰੱਖਣ ਦੀ ਅਮੀਰੀ ਜਾਗੇਗੀ। ਜੇ ਉਹਨਾਂ ਨੂੰ ਆਪਣੀ ਮਾਂ ਦੀਆਂ ਆਸਾਂ ਦੀ ਜਾਗ ਲਾਉਂਦੇ ਰਹੋਗੇ ਉਹ ਪਰਿਵਾਰ, ਸਮਾਜ ਅਤੇ ਦੇਸ਼ ਲਈ ਮਹਿਮਾ ਕਮਾਉਣਗੇ। ਜਿਵੇਂ ਠੀਕ ਲੱਗੇ ਉਵੇਂ ਕਰਨਾ, ਪਰ ਸਿੱਟਿਆਂ ਨੂੰ ਧਿਆਨ 'ਚ ਰੱਖ ਕੇ ਕਰਨਾ। ਧੰਨਵਾਦ। ਨੈਕਸਟ, ਇੱਕ ਅੰਗਰੇਜ਼ ਯਾਤਰੀ ਨੇ ਗਾਂਧੀ ਜੀ ਦੇ ਆਸ਼ਰਮ 'ਚ ਰਹਿਣ ਦੌਰਾਨ ਗਾਂਧੀ ਜੀ ਨੂੰ ਕਿਹਾ, ਮੈਂ ਗੀਤਾ ਪੜ੍ਹੀ ਹੈ, ਚੰਗੀ ਲੱਗੀ ਹੈ। ਗਾਂਧੀ ਜੀ ਨੇ ਕਿਹਾ, ਮੈਨੂੰ ਵੀ ਪੜ੍ਹਨ 'ਤੇ ਚੰਗੀ ਲੱਗੀ ਸੀ, ਮੈਂ ਰੋਜ਼ ਪੜ੍ਹਦਾ। ਅੰਗਰੇਜ਼ ਨੇ ਕਿਹਾ, ਮੈਨੂੰ ਗੀਤਾ ਬਾਈਬਲ ਨਾਲੋਂ ਵੀ ਚੰਗੀ ਲੱਗੀ ਹੈ। ਗਾਂਧੀ ਜੀ ਨੇ ਕਿਹਾ, ਮੈਨੂੰ ਗੀਤਾ ਵੀ ਚੰਗੀ ਲੱਗਦੀ ਹੈ, ਬਾਈਬਲ ਵੀ ਚੰਗਾ ਲੱਗਦਾ ਹੈ, ਮੈਂ ਦੋਵੇਂ ਪੜ੍ਹਦਾ, ਦੋਹਾਂ ਨੂੰ ਪੜ੍ਹਨਾ ਚਾਹੀਦਾ ਹੈ। ਅੰਗਰੇਜ਼ ਨੇ ਕਿਹਾ, ਮੈਨੂੰ ਗੀਤਾ ਬਹੁਤ ਚੰਗੀ ਲੱਗੀ ਹੈ, ਇੰਨੀ ਚੰਗੀ ਲੱਗੀ ਹੈ ਕਿ ਮੈਂ ਹਿੰਦੂ ਧਰਮ ਅਪਣਾਉਣਾ ਚਾਹੁੰਦਾ। ਗਾਂਧੀ ਜੀ ਨੇ ਕਿਹਾ, ਮੈਨੂੰ ਲੱਗਦਾ ਤੁਸੀਂ ਗੀਤਾ ਤਾਂ ਚੰਗੀ ਤਰ੍ਹਾਂ ਪੜ੍ਹ ਲਈ ਹੈ ਪਰ ਬਾਈਬਲ ਨੂੰ ਚੰਗੀ ਤਰ੍ਹਾਂ ਨਹੀਂ ਪੜ੍ਹਿਆ। ਤੁਸੀਂ ਅਜੇ ਚੰਗੇ ਈਸਾਈ ਨਹੀਂ ਬਣੇ, ਸੋ ਤੁਸੀਂ ਚੰਗੇ ਹਿੰਦੂ ਵੀ ਨਹੀਂ ਬਣ ਸਕੋਗੇ। ਪਹਿਲਾਂ ਚੰਗੇ ਈਸਾਈ ਬਣੋ। ਜਿਸ ਦਿਨ ਤੁਸੀਂ ਚੰਗੇ ਈਸਾਈ ਬਣ ਜਾਓਗੇ ਉਸ ਦਿਨ ਤੁਸੀਂ ਚੰਗੇ ਇਨਸਾਨ ਬਣ ਜਾਓਗੇ। ਉਸ ਦਿਨ ਤੁਸੀਂ ਬਿਨਾਂ ਕਿਸੇ ਯਤਨ ਦੇ ਚੰਗੇ ਹਿੰਦੂ, ਚੰਗੇ ਯਹੂਦੀ, ਚੰਗੇ ਮੁਸਲਮਾਨ ਬਣ ਜਾਓਗੇ। ਧੰਨਵਾਦ। ਨੈਕਸਟ, ਇੱਕ ਵਿਦਿਆਰਥੀ ਨੇਤਰਹੀਣ ਸੀ ਪਰ ਗਾਉਂਦਾ ਬਹੁਤ ਚੰਗਾ ਸੀ। ਉਹਦੇ ਗਾਉਣ ਦੀਆਂ ਧੁੰਮਾਂ ਪਈਆਂ ਹੋਈਆਂ ਸਨ। ਉਹਦੀ ਇੱਕ ਜਮਾਤਰ ਨੇ ਉਹਨੂੰ ਬੜਾ ਪਿਆਰ ਕੀਤਾ ਅਤੇ ਉਸ ਨਾਲ ਵਿਆਹ ਕਰਵਾਉਣ ਦੀ ਪੇਸ਼ਕਸ਼ ਕੀਤੀ। ਉਸ ਵਿਦਿਆਰਥੀ ਨੇ ਕਿਹਾ, ਵਿਆਹ ਮੈਂ ਤਾਂ ਹੀ ਅਤੇ ਤਦੋਂ ਹੀ ਕਰਵਾਵਾਂਗਾ ਜਦੋਂ ਮੈਂ ਅੱਖਾਂ ਨਾਲ ਵੇਖਣ ਲੱਗ ਪਵਾਂਗਾ। ਉਹਨੂੰ ਦਾਨ ਕੀਤੀਆਂ ਅੱਖਾਂ ਨਾਲ ਦਿਸਣ ਲੱਗ ਪਿਆ ਸੀ, ਪਰ ਉਹ ਇਹ ਵੇਖ ਕੇ ਪਰੇਸ਼ਾਨ ਸੀ ਕਿ ਉਹਦੀ ਪ੍ਰੇਮਿਕਾ ਨਹੀਂ ਸੀ। ਜਦੋਂ ਪ੍ਰੇਮਿਕਾ ਨੇ ਉਹਨੂੰ ਵਿਆਹ ਦੀ ਲਾਈ ਸ਼ਰਤ ਦੇ ਪੂਰੀ ਹੋਣ 'ਤੇ ਵਿਆਹ ਕਰਵਾਉਣ ਲਈ ਕਿਹਾ ਤਾਂ ਉਹਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਹ ਜਦੋਂ ਜਾਣ ਲੱਗਿਆ ਤਾਂ ਪ੍ਰੇਮਿਕਾ ਨੇ ਕਿਹਾ, ਮੇਰੀਆਂ ਅੱਖਾਂ ਸੰਭਾਲ ਕੇ ਰੱਖੀ। ਧੰਨਵਾਦ। ਨੈਕਸਟ, ਰਾਜਾ ਲੰਘ ਰਿਹਾ ਸੀ। ਰਸਤੇ 'ਚ ਇੱਕ ਮੰਗਤਾ ਬੈਠਾ ਸੀ। ਰਾਜੇ ਨੂੰ ਵੇਖ ਕੇ ਵੀ ਉਹ ਬੈਠਾ ਰਿਹਾ। ਰਾਜੇ ਨੇ ਗੁੱਸੇ ਨਾਲ ਕਿਹਾ, ਬੜਾ ਬਦਤਮੀਜ਼ ਹੈ ਤੂੰ, ਮੈਨੂੰ ਵੇਖਣ ਦੇ ਬਾਵਜੂਦ ਤੂੰ ਉੱਠਿਆ ਕਿਉਂ ਨਹੀਂ? ਤੈਨੂੰ ਅਕਲ ਨਹੀਂ ਕਿ ਕਿਸੇ ਰਾਜੇ ਨੂੰ ਸਤਿਕਾਰ ਕਿਵੇਂ ਦੇਈਦਾ?
ਭੁੱਲ ਗਿਆ ਤੂੰ ਮੰਗਤਾ ਹੈ ਮੈਂ ਰਾਜਾ। ਮੰਗਤਾ ਹੱਸਿਆ, ਮੰਗਤੇ ਤਾਂ ਤੁਸੀਂ ਹੋ ਜਿਹੜੇ ਮੇਰੇ ਤੋਂ ਸਤਿਕਾਰ ਮੰਗ ਰਹੇ ਹੋ। ਧੰਨਵਾਦ। ਨੈਕਸਟ। ਖਾਲਸੇ ਦੀ ਸਾਜਣਾ ਉਪਰੰਤ ਪੰਜਾਬ ਦੇ ਬੇਲਿਆਂ 'ਚ ਸਿੰਘਾਂ ਦੇ ਜੈਕਾਰੇ ਗੂੰਜਦੇ ਸਨ। ਉਹਨਾਂ ਦੀਆਂ ਪੁਲਾਂਘਾਂ ਵਿੱਚ ਜ਼ਲਜ਼ਲੇ ਸਨ। ਉਹਨਾਂ ਵਿੱਚ ਤੂਫਾਨਾਂ ਨੂੰ ਵੰਗਾਰਨ ਦੀ ਹਿੰਮਤ ਤੇ ਦਲੇਰੀ ਸੀ। ਇਹਨਾਂ ਸਿੰਘਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਹੁਕਮਨਾਮਾ ਭੇਜਿਆ ਕਿ ਸੂਬਾ ਸਰਹੰਦ ਤੇ ਪਹਾੜੀ ਰਾਜੇ ਅਨੰਦਪੁਰ ਸਾਹਿਬ ਦੇ ਹਮਲੇ ਦੀ ਵਿਉਂਤ ਬਣਾ ਰਹੇ ਹਨ। ਜੋ ਮੇਰਾ ਸਿੱਖ ਹੈ ਉਹ ਮੇਰੇ ਹੁਕਮਨਾਮੇ ਵਿੱਚੋਂ ਮੇਰੇ ਦਰਸ਼ਨ ਕਰੇ ਤੇ ਬਿਨਾਂ ਕਿਸੇ ਦੇਰੀ ਦੇ ਅਨੰਦਪੁਰ ਸਾਹਿਬ ਪਹੁੰਚੇ, ਵਿਲੰਬ ਨਾ ਕਰੇ। ਉਸ ਵੇਲੇ ਗੁਰੂ ਦੇ ਸੇਵਕ ਜੋਗਾ ਸਿੰਘ ਦਾ ਵਿਆਹ ਹੋ ਰਿਹਾ ਸੀ। ਉਹ 3 ਲਾਵਾਂ ਲੈ ਚੁੱਕਿਆ ਸੀ ਜਦੋਂ ਮਸਤਾਨ ਸਿੰਘ ਨੇ ਗੁਰੂ ਦਾ ਹੁਕਮਨਾਮਾ ਉਹਦੇ ਸਾਹਮਣੇ ਰੱਖ ਦਿੱਤਾ। ਆਪਣੇ ਆਪ ਨੂੰ ਗੁਰੂ ਦਾ ਸਿੰਘ ਅਖਵਾਉਣ ਵਾਲਾ ਜੋਗਾ ਸਿੰਘ ਕਿਵੇਂ ਰੁਕ ਸਕਦਾ ਸੀ? ਜੋਗਾ ਸਿੰਘ ਉੱਠਿਆ, ਆਪਣੇ ਕਮਰ ਕਸ ਨਾਲ ਬੰਨਿਆ ਲਾੜੀ ਦਾ ਪੱਲਾ ਖੋਲ੍ਹ ਦਿੱਤਾ ਤੇ ਲਾੜੀ ਨੂੰ ਕਿਹਾ, ਮੈਂ ਗੁਰੂ ਦੀ ਸ਼ਾਬਾਸ਼ ਲੈ ਆਵਾਂ। ਗੁਰੂ ਦੇ ਹੁਕਮ ਨਾਲ ਕਮਰ ਕਸ ਖੋਲ੍ਹ ਕੇ ਫਿਰ ਬੰਨਿਆ ਤੇ ਜਿਸ ਘੋੜੀ ਤੇ ਉਹ ਲਾੜਾ ਬਣ ਕੇ ਆਇਆ ਸੀ ਉਸੇ ਤੇ ਸਵਾਰ ਹੋ ਕੇ ਅਨੰਦਪੁਰ ਸਾਹਿਬ ਵੱਲ ਰਵਾਨਾ ਹੋ ਗਿਆ। ਅਗਲਾ ਸੂਰਜ ਨਿਕਲਣ ਤੋਂ ਪਹਿਲਾਂ ਜੋਗਾ ਸਿੰਘ ਅਨੰਦਪੁਰ ਸਾਹਿਬ ਦੀ ਜੂਹ ਵਿੱਚ ਦਾਖਲ ਹੋ ਰਿਹਾ ਸੀ ਤੇ ਅਨੰਦਪੁਰ ਸਾਹਿਬ ਤੋਂ ਆ ਰਹੇ ਜੈਕਾਰੇ ਬੋਲੇ ਸੋ ਨਿਹਾਲ ਦਾ ਸਤਿ ਸ੍ਰੀ ਅਕਾਲ ਨਾਲ ਜਵਾਬ ਦੇ ਰਿਹਾ ਸੀ। ਜੋਗਾ ਸਿੰਘ ਗੁਰੂ ਦੇ ਹੁਕਮ ਅਨੁਸਾਰ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰ ਸੀ। ਧੰਨਵਾਦ। ਨੈਕਸਟ। ਮੈਂ ਪਰਮਾਤਮਾ ਨੂੰ ਕਿਹਾ ਮੈਨੂੰ ਮੇਰੇ ਦੁੱਖਾਂ ਤੋਂ ਮੁਕਤ ਕਰੋ। ਰੱਬ ਨੇ ਕਿਹਾ ਮੈਂ ਕਿਸੇ ਦੇ ਦੁੱਖ ਨਹੀਂ ਲੈਂਦਾ, ਤੁਸੀਂ ਦੁੱਖ ਤਿਆਗਣੇ ਹਨ। ਮੈਂ ਰੱਬ ਨੂੰ ਕਿਹਾ ਮੇਰੇ ਅਪੰਗ ਬੱਚੇ ਨੂੰ ਤੰਦਰੁਸਤ ਤੇ ਨਰੋਆ ਬਣਾਓ। ਰੱਬ ਨੇ ਕਿਹਾ ਉਹਦੀ ਆਤਮਾ ਤੰਦਰੁਸਤ ਹੈ, ਪੂਰੀ ਤੇ ਨਰੋਈ ਹੈ, ਸਰੀਰ ਆਰਜ਼ੀ ਹੈ। ਮੈਂ ਪਰਮਾਤਮਾ ਨੂੰ ਕਿਹਾ ਮੈਨੂੰ ਸਹਿਨਸ਼ੀਲ ਬਣਾਓ। ਪਰਮਾਤਮਾ ਨੇ ਕਿਹਾ ਸਹਿਨਸ਼ੀਲ ਹਮੇਸ਼ਾ ਮੁਸੀਬਤਾਂ, ਮੁਸ਼ਕਿਲਾਂ ਤੇ ਸੰਕਟਾਂ ਚੋਂ ਲੰਘ ਕੇ ਬਣਿਆ ਜਾਂਦਾ ਹੈ। ਸਹਿਨਸ਼ੀਲਤਾ ਮਿਲਦੀ ਨਹੀਂ, ਕਮਾਉਣੀ ਪੈਂਦੀ ਹੈ। ਮੈਂ ਰੱਬ ਨੂੰ ਕਿਹਾ ਮੈਨੂੰ ਪ੍ਰਸੰਨਤਾ ਦਿਓ। ਰੱਬ ਨੇ ਕਿਹਾ ਮੈਂ ਪ੍ਰਸੰਨ ਹੋਣ ਲਈ ਸਭ ਕੁਝ ਦਿੱਤਾ ਹੋਇਆ, ਪ੍ਰਸੰਨ ਹੋਣਾ ਤੁਹਾਡੀ ਮਰਜ਼ੀ ਹੈ। ਮੈਂ ਪਰਮਾਤਮਾ ਨੂੰ ਕਿਹਾ ਮੈਨੂੰ ਦਰਦਾਂ ਤੋਂ ਮੁਕਤ ਕਰੋ। ਪਰਮਾਤਮਾ ਨੇ ਕਿਹਾ ਦਰਦ ਇਨਸਾਨੀਅਤ ਜਗਾਉਂਦੇ ਹਨ ਤੇ ਸੰਸਾਰ ਦੀਆਂ ਖਿੱਚਾਂ ਤੋਂ ਮੁਕਤ ਕਰਾਉਂਦੇ ਹਨ। ਇਹਨਾਂ ਦਰਦਾਂ ਰਾਹੀਂ ਇਨਸਾਨ ਮੇਰੇ ਨੇੜੇ ਤੇ ਮੈਂ ਇਨਸਾਨ ਦੇ ਨੇੜੇ ਆਉਂਦਾ ਹਾਂ। ਮੈਂ ਕਿਹਾ ਵਾਹਿਗੁਰੂ ਮੇਰੀ ਆਤਮਾ ਨੂੰ ਪ੍ਰਫੁੱਲਤ ਕਰੋ। ਵਾਹਿਗੁਰੂ ਨੇ ਕਿਹਾ ਪ੍ਰਫੁੱਲਤ ਆਪ ਹੋਵੋ, ਮੈਂ ਛਾਂਗਦਾ ਰਹਾਂਗਾ, ਭਰਪੂਰ ਫਸਲ ਤੁਸੀਂ ਬਣਨਾ ਹੈ। ਮੈਂ ਜ਼ਿੰਦਗੀ ਮਾਣਨ ਲਈ ਜਦੋਂ ਚੀਜ਼ਾਂ ਵਸਤਾਂ ਮੰਗੀਆਂ ਤਾਂ ਪਰਮਾਤਮਾ ਨੇ ਕਿਹਾ ਮੈਂ ਜ਼ਿੰਦਗੀ ਦਿੰਦਾ ਹਾਂ। ਮਾਣਨ ਵਾਲੀਆਂ ਚੀਜ਼ਾਂ ਵਸਤਾਂ ਨਾਲ ਸੰਸਾਰ ਪਹਿਲਾਂ ਹੀ ਭਰਿਆ ਪਿਆ। ਜ਼ਿੰਦਗੀ ਨੂੰ ਮਾਣਨਾ ਨਾ ਮਾਣਨਾ ਤੁਹਾਡੀ ਮਰਜ਼ੀ ਹੈ। ਮੈਂ ਵਾਹਿਗੁਰੂ ਨੂੰ ਕਿਹਾ ਮੈਨੂੰ ਸ਼ਕਤੀ ਦਿਓ ਕਿ ਜਿੰਨਾ ਤੁਸੀਂ ਮੈਨੂੰ ਪਿਆਰ ਕਰਦੇ ਹੋ ਓਨਾ ਮੈਂ ਹੋਰਾਂ ਨੂੰ ਕਰ ਸਕਾਂ। ਇਹ ਸੁਣ ਕੇ ਪਰਮਾਤਮਾ ਨੇ ਮੈਨੂੰ ਆਪਣੇ ਕੰਧਾੜੇ ਚੁੱਕ ਲਿਆ। ਧੰਨਵਾਦ। ਨੈਕਸਟ। ਹਿਲੇਰੀ ਮਾਊਂਟ ਐਵਰੈਸਟ ਉੱਤੇ ਪਹੁੰਚ ਕੇ ਬੜਾ ਨਿਮਰ ਤੇ ਉਦਾਸ ਹੋ ਗਿਆ ਸੀ। ਨਿਮਰ ਇਸ ਕਰਕੇ ਕਿ ਪ੍ਰਕਿਰਤੀ ਦੀ ਵਿਸ਼ਾਲਤਾ ਵਿੱਚੋਂ ਆਪਣੇ ਆਪ ਨੂੰ ਕਿਣਕਾ ਮਾਤਰ ਮਹਿਸੂਸ ਕਰ ਰਿਹਾ ਸੀ। ਉਦਾਸ ਇਸ ਕਰਕੇ ਕਿ ਹੋਰ ਉੱਪਰ ਜਾਣ ਦਾ ਕੋਈ ਰਸਤਾ ਜਾਂ ਮੁਕਾਮ ਨਹੀਂ ਸੀ। ਸਾਰੇ ਰਸਤੇ ਥੱਲੇ ਵੱਲ ਹੀ ਜਾਂਦੇ ਸਨ। ਮਨੁੱਖ ਦਾ ਮਾਊਂਟ ਐਵਰੈਸਟ 'ਤੇ ਪਹੁੰਚਣਾ ਮਨੁੱਖਤਾ ਦੇ ਹਜ਼ਾਰਾਂ ਵਰ੍ਹੇ ਪੁਰਾਣੇ ਸੁਪਨੇ ਦੀ ਪੂਰਤੀ ਸੀ। ਧਰਤੀ ਉੱਤੇ ਸਭ ਕੁਝ ਪਹਿਲੀ ਵਾਰ ਹੋ ਰਿਹਾ ਸੀ। ਇਸ ਘਟਨਾ ਦਾ ਮਹੱਤਵ ਇਹ ਕਿ ਜੇ ਮਨੁੱਖ ਮਾਊਂਟ ਐਵਰੈਸਟ 'ਤੇ ਨਾ ਚੜ੍ਹਿਆ ਹੁੰਦਾ ਤਾਂ ਉਹਨੂੰ ਚੰਦਰਮਾ 'ਤੇ ਜਾਣ ਦਾ ਖਿਆਲ ਵੀ ਨਹੀਂ ਸੀ ਆਉਣਾ। ਨੈਕਸਟ। ਗਿਆਨ ਪ੍ਰਾਪਤੀ ਮਗਰੋਂ ਬੁੱਧ ਭਿਕਸ਼ੂ ਬਣ ਕੇ ਭਰਮਣ ਕਰਦਿਆਂ ਆਪਣੀ ਰਹਿ ਚੁੱਕੀ ਪਤਨੀ ਯਸ਼ੋਧਰਾ ਦੇ ਦੁਆਰ ਤੇ ਆਏ ਤੇ ਕਿਹਾ, ਯਸ਼ੋਧਰਾ, ਉਸ ਰਾਤ ਜਦੋਂ ਮੈਂ ਘਰੋਂ ਟੁਰਿਆ ਸੀ ਤੂੰ ਸੌਂ ਰਹੀ ਸੀ। ਉਸ ਰਾਤ ਦੀ ਅਣਕਹੀ ਵਿਦਾ ਅੱਜ ਕਹਿ ਕੇ ਮੈਨੂੰ ਪੂਰਾ ਮੁਕਤ ਕਰ ਦੇ। ਮੇਰੀਆਂ ਅੱਖਾਂ ਵਿੱਚੋਂ ਉਸ ਰਾਤ ਦੀ ਅਟਕੀ ਹੋਈ ਆਪਣੀ ਨੀਂਦਰ ਕੱਢ ਲੈ
ਤੇ ਮੇਰਾ ਕਾਸਾ ਤਿਆਗ ਨਾਲ ਭਰ ਦੇ। ਯਸ਼ੋਧਰਾ ਨੇ ਝੁਕੀਆਂ ਅੱਖਾਂ ਨਾਲ ਕਿਹਾ, ਮਹਾਮਾਨਵ, ਮੈਂ ਤਾਂ ਉਸੇ ਰਾਤ ਆਪ ਨੂੰ ਵਿਦਾ ਕਰ ਦਿੱਤਾ ਸੀ। ਮੈਂ ਉਦੋਂ ਜਾਗਦੀ ਸੀ ਜਦੋਂ ਤੁਸੀਂ ਜਾਗਣ ਦੀ ਤਲਾਸ਼ ਵਿੱਚ ਘਰ ਤਿਆਗ ਰਹੇ ਸੀ। ਨਾਰੀ ਨੂੰ ਅਕਸਰ ਪਲਕਾਂ ਬੰਦ ਕਰਕੇ ਜਾਗਣਾ ਪੈਂਦਾ ਹੈ। ਉਸ ਰਾਤ ਮੇਰੀਆਂ ਬਾਹਾਂ 'ਚ ਰਾਹੁਲ ਸੌਂ ਰਿਹਾ ਸੀ। ਜਿੰਨਾ ਚਿਰ ਮਾਂ ਦੀਆਂ ਬਾਹਾਂ ਵਿੱਚ ਬੱਚਾ ਹੁੰਦਾ ਉਹ ਜਾਗਦੀ ਰਹਿੰਦੀ ਹੈ। ਆਪ ਉਸੇ ਰਾਤ ਤੋਂ ਮੁਕਤ ਹੋ। ਜੋ ਮੁਕਤ ਹੋ ਚੁੱਕਾ ਹੈ ਉਹਨੂੰ ਕਿਵੇਂ ਮੁਕਤ ਕਰਾਂ? ਮੈਂ ਗੌਤਮ ਨੂੰ ਹੀ ਵਿਦਾ ਕਰ ਸਕਦੀ ਹਾਂ, ਮੈਂ ਬੁੱਧ ਨੂੰ ਕਿਵੇਂ ਵਿਦਾ ਕਰਾਂ? ਧੰਨਵਾਦ। ਅੱਜ ਤੁਸੀਂ ਮੇਰੇ ਤੋਂ ਵਿਦਾ ਹੋਣ ਲਈ ਨਹੀਂ ਆਏ, ਆਪਣੇ ਆਪ ਵਿੱਚੋਂ ਮੈਨੂੰ ਵਿਦਾ ਕਰਨ ਲਈ ਆਏ ਹੋ। ਬੁੱਧ ਭਿਕਸ਼ੂ ਬਣ ਕੇ ਆਇਆ ਸੀ। ਭਿਕਸ਼ੂ ਨੂੰ ਭਿਕਸ਼ਾ ਜ਼ਰੂਰ ਦਿੱਤੀ ਜਾਂਦੀ ਹੈ। ਯਸ਼ੋਧਰਾ ਨੇ ਆਪਣੇ ਸਭ ਤੋਂ ਪਿਆਰੇ ਰਾਹੁਲ ਨੂੰ ਭਿਕਸ਼ਾ ਵਿੱਚ ਦੇ ਦਿੱਤਾ ਸੀ। ਧੰਨਵਾਦ। ਨੈਕਸਟ, ਜੇ ਤੁਸੀਂ ਆਪਣੇ ਉਸ ਸਾਰੇ ਮਕਾਨ 'ਚ ਰਹਿੰਦੇ ਹੋ, ਤੁਹਾਡੇ ਕੋਲ ਖਾਣ ਲਈ ਪੌਸ਼ਟਿਕ ਭੋਜਨ ਹੈ ਤੇ ਖਰਚਣ ਲਈ ਪੈਸੇ ਹਨ, ਤਾਂ ਤੁਸੀਂ ਸੰਸਾਰ ਦੇ ਪਤਵੰਤੇ ਵਿਅਕਤੀਆਂ ਵਿੱਚੋਂ ਹੋ। ਜੇਕਰ ਤੁਹਾਡਾ ਘਰ ਸਾਫ਼ ਸੁਥਰੀ ਥਾਂ 'ਤੇ ਹੈ, ਸਫ਼ਰ ਲਈ ਕਾਰ ਹੈ, ਬੈਂਕ ਵਿੱਚ ਆਉਣ ਜਾਣ ਹੈ, ਮੋਬਾਈਲ ਅਤੇ ਕੰਪਿਊਟਰ ਵਰਤਦੇ ਹੋ, ਤਾਂ ਤੁਸੀਂ ਸੰਸਾਰ ਦੀ ਉੱਪਰਲੀ 20% ਆਬਾਦੀ ਵਿੱਚੋਂ ਹੋ। ਜੇਕਰ ਤੁਸੀਂ ਅੱਜ ਸਵੇਰੇ ਪ੍ਰਸੰਨ ਚਿੱਤ ਜਾਗੇ ਸੀ, ਤੁਹਾਡੀ ਸਿਹਤ ਠੀਕ ਹੈ, ਸੈਰ ਕੀਤੀ ਹੈ, ਤਾਂ ਤੁਸੀਂ ਉਹਨਾਂ ਲੱਖਾਂ ਲੋਕਾਂ ਨਾਲੋਂ ਚੰਗੇ ਹੋ ਜਿਹੜੇ ਇਸ ਸਪਤਾਹ ਚਲਾਣਾ ਕਰ ਜਾਣਗੇ। ਜੇਕਰ ਤੁਹਾਨੂੰ ਕਿਸੇ ਖਾਨਾ ਜੰਗੀ ਦਾ ਸਾਹਮਣਾ ਨਹੀਂ ਕਰਨਾ ਪਿਆ, ਸ਼ਰਨਾਰਥੀ ਨਹੀਂ ਬਣਨਾ ਪਿਆ, ਜੇਲ੍ਹ ਦੀ ਇਕੱਲਤਾ ਦਾ ਸ਼ਿਕਾਰ ਨਹੀਂ ਹੋਣਾ ਪਿਆ, ਥਾਣੇ ਵਿੱਚ ਤਸੀਹੇ ਨਹੀਂ ਸਹਿਣੇ ਪਏ, ਖੁਫੀਆ ਏਜੰਸੀਆਂ ਨੇ ਤੁਹਾਡਾ ਪਿੱਛਾ ਨਹੀਂ ਕੀਤਾ, ਤਾਂ ਤੁਸੀਂ ਸੰਸਾਰ ਦੇ 2 ਅਰਬ ਲੋਕਾਂ ਨਾਲੋਂ ਚੰਗੇ ਹੋ ਜਿਨ੍ਹਾਂ ਨੂੰ ਕਿਸੇ ਅਜਿਹੇ ਭੈ ਦੀ ਚਿੰਤਾ ਨਿਰੰਤਰ ਲੱਗੀ ਹੀ ਰਹਿੰਦੀ ਹੈ। ਜੇਕਰ ਤੁਸੀਂ ਬਿਨਾਂ ਕਿਸੇ ਡਰ ਦੇ ਆਪਣੀ ਪਸੰਦ ਦੇ ਧਾਰਮਿਕ ਸਥਾਨ 'ਤੇ ਜਾ ਸਕਦੇ ਹੋ, ਜੇ ਤੁਹਾਨੂੰ ਅੱਜ ਗ੍ਰਿਫਤਾਰ ਕੀਤੇ ਜਾਣ ਦਾ ਡਰ ਨਹੀਂ, ਲਾਪਤਾ ਹੋਣ ਦੀ ਚਿੰਤਾ ਨਹੀਂ, ਮਾਰੇ ਜਾਣ ਦਾ ਭੈ ਨਹੀਂ, ਤਾਂ ਤੁਸੀਂ 3 ਅਰਬ ਲੋਕਾਂ ਨਾਲੋਂ ਚੰਗੇ ਹੋ ਜਿਹੜੇ ਅਜਿਹੀ ਮੌਜ ਨਹੀਂ ਮਾਣ ਸਕਦੇ। ਜੇ ਤੁਸੀਂ ਆਪਣੇ ਸ਼ਹਿਰ ਵਿੱਚ ਮਾਪੇ ਤੁਹਾਡੇ ਨਾਲ ਜਾਂ ਤੁਸੀਂ ਮਾਪਿਆਂ ਨਾਲ ਰਹਿੰਦੇ ਹੋ ਅਤੇ ਤੁਹਾਡੇ ਬੱਚੇ ਕਾਲਜ ਯੂਨੀਵਰਸਿਟੀ 'ਚ ਪੜ੍ਹਦੇ ਹਨ, ਪਤਨੀ ਕੋਲ ਵੀ ਰੁਜ਼ਗਾਰ ਹੈ, ਤਾਂ ਤੁਸੀਂ ਸੰਸਾਰ ਦੀ 3/4 ਆਬਾਦੀ ਨਾਲੋਂ ਵਧੇਰੇ ਸਹੂਲਤਾਂ ਮਾਣ ਰਹੇ ਹੋ। ਜੇਕਰ ਤੁਹਾਨੂੰ ਬੱਚਤ ਕਰਨ ਦੀ ਆਦਤ ਹੈ, ਜਾਇਦਾਦ ਤੋਂ ਵੀ ਆਮਦਨ ਹੈ, ਘਰ ਵਿੱਚ ਵੀ ਪੈਸੇ ਰੱਖੇ ਹੋਏ ਹਨ, ਕੋਈ ਚੀਜ਼ ਖਰੀਦਣ ਵੇਲੇ ਕਿਸੇ ਤੋਂ ਪੈਸੇ ਨਹੀਂ ਮੰਗਣੇ ਪੈਂਦੇ, ਜੇਬ ਵਿੱਚ 20 ਪੈਸੇ ਹੁੰਦੇ ਹਨ, ਘਰ ਦਾ ਕੋਈ ਜੀਅ ਵਿਦੇਸ਼ ਗਿਆ ਹੋਇਆ ਹੈ ਅਤੇ ਘਰ 'ਚ ਚਿੱਠੀ ਪੱਤਰ ਅਤੇ ਅਖਬਾਰ ਨਾਲ ਕੋਈ ਰਸਾਲਾ ਵੀ ਆਉਂਦਾ ਹੈ, ਤਾਂ ਤੁਸੀਂ ਸੰਸਾਰ ਦੇ ਉੱਪਰਲੇ 7% ਲੋਕਾਂ ਵਿੱਚੋਂ ਹੋ। ਜੇਕਰ ਤੁਸੀਂ ਇਸ ਲਿਖੇ ਨੂੰ ਪੜ੍ਹ ਰਹੇ ਹੋ, ਇਹ ਸੁਨੇਹਾ ਤੁਹਾਡੇ ਤੱਕ ਪੜ੍ਹ ਰਿਹਾ ਹੈ, ਤਾਂ ਇਹ ਸਬੂਤ ਹੈ ਕਿ ਤੁਸੀਂ ਪੜ੍ਹੇ ਲਿਖੇ ਹੋ, ਤਾਂ ਤੁਸੀਂ ਸੰਸਾਰ ਦੇ ਉਹਨਾਂ 2 ਅਰਬ ਲੋਕਾਂ ਨਾਲੋਂ ਚੰਗੇਰੇ ਹੋ ਜਿਨ੍ਹਾਂ ਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ। ਅੱਜ ਦੇ ਦਿਨ ਨੂੰ ਆਪਣੀਆਂ ਇਹਨਾਂ ਮੁੱਲਵਾਨ ਖੂਬੀਆਂ, ਖੁਸ਼ੀਆਂ ਅਤੇ ਖੁਸ਼ਹਾਲੀਆਂ ਦੇ ਸੰਦਰਭ 'ਚ ਗੁਜ਼ਾਰਨਾ ਅਤੇ ਆਪਣੇ ਜਾਣਨ ਵਾਲਿਆਂ ਨੂੰ ਵੀ ਦੱਸਣਾ ਕਿ ਸਾਡੇ ਸਭਨਾਂ ਕੋਲ ਕਿੰਨੀਆਂ ਕੀਮਤੀ ਨਿਆਮਤਾਂ ਹਨ। ਧੰਨਵਾਦ। ਇੱਕ ਪ੍ਰਸਿੱਧ ਵਿਅਕਤੀ ਬਿਮਾਰ ਸੀ। ਹਾਲ ਪੁੱਛਣ ਲਈ ਆਉਣ ਵਾਲਿਆਂ ਬਿਮਾਰ ਦੀ ਹਾਲਤ ਗੰਭੀਰ ਹੋਣ ਕਰਕੇ ਅੰਦਰ ਨਹੀਂ ਸੀ ਆਉਣ ਦਿੱਤਾ ਜਾ ਰਿਹਾ। ਸਾਰੇ ਬਾਹਰ ਉਹਦੀ ਸਿਹਤਯਾਬੀ ਦੀ ਪ੍ਰਾਰਥਨਾ ਕਰ ਰਹੇ ਸਨ। ਇੱਕ ਨਾਸਤਿਕ ਦੋਸਤ ਜਦੋਂ ਆਇਆ ਤਾਂ ਪ੍ਰਸਿੱਧ ਬਿਮਾਰ ਵਿਅਕਤੀ ਨੇ ਉਹਨੂੰ ਅੰਦਰ ਬੁਲਾ ਲਿਆ। ਨਾਸਤਿਕ ਦੋਸਤ ਨੇ ਪੁੱਛਿਆ, ਤੁਸੀਂ ਹੋਰਾਂ ਨੂੰ ਅੰਦਰ ਆਉਣ ਨਹੀਂ ਦੇ ਰਹੇ ਅਤੇ ਮੈਨੂੰ ਕਿਉਂ ਬੁਲਾ ਲਿਆ? ਪ੍ਰਸਿੱਧ ਵਿਅਕਤੀ ਨੇ ਕਿਹਾ, ਹੋਰਾਂ ਨੂੰ ਮੈਂ ਅਗਲੇ ਸੰਸਾਰ 'ਚ ਵੀ ਮਿਲ ਲਵਾਂਗਾ, ਪਰ ਤੁਹਾਡੇ ਨਾਲ ਮਿਲਣਾ ਇਸ ਸੰਸਾਰ 'ਚ ਹੀ ਸੰਭਵ ਹੈ। ਧੰਨਵਾਦ। ਨੈਕਸਟ, ਰੱਬ ਦੀ ਸੁਣੋ। ਰੱਬ ਕਹਿ ਰਿਹਾ, ਤੁਹਾਡੀ ਬਰਾਬਰ ਦੁਹਰਾਈ ਅਰਦਾਸ ਦਾ ਕੋਈ ਮਤਲਬ ਨਹੀਂ ਹੈ। ਮੈਂ ਹਰ ਅਰਦਾਸ ਸੁਣਦਾ, ਜਵਾਬ ਵੀ ਦਿੰਦਾ। ਤੁਸੀਂ ਜਵਾਬ ਸੁਣਦੇ ਹੀ ਨਹੀਂ। ਸਵੇਰੇ ਸ਼ਾਮ ਇੱਕ ਹੀ ਅਰਦਾਸ ਦੁਹਰਾਈ ਜਾ ਰਹੇ ਹੋ। ਤੁਸੀਂ ਸਮਝਦੇ ਕਿਉਂ ਨਹੀਂ ਕਿ ਤੁਹਾਡੀਆਂ ਅਰਦਾਸਾਂ ਪ੍ਰਵਾਨ ਕਰਨ ਯੋਗ ਨਹੀਂ ਹਨ? ਤੁਹਾਨੂੰ ਪਤਾ ਹੀ ਨਹੀਂ ਕਿ ਤੁਹਾਡੇ ਲਈ ਕੀ ਚੰਗਾ ਹੈ, ਕੀ ਠੀਕ ਹੈ, ਕੀ ਯੋਗ ਹੈ, ਕਿੰਨਾ ਉਚਿਤ ਹੈ। ਅਸਲੀ ਅਰਦਾਸ ਤਾਂ ਸ਼ੁਕਰਾਨੇ ਦੀ ਹੁੰਦੀ ਹੈ, ਪ੍ਰਾਪਤੀ ਦੇ ਧੰਨਵਾਦ ਬਾਰੇ ਹੁੰਦੀ ਹੈ, ਪਰ ਤੁਸੀਂ ਨਿਰੰਤਰ ਮੰਗੀ ਜਾ ਰਹੇ ਹੋ,
ਜੋ ਦੇ ਰਿਹਾ, ਜੋ ਦਿੱਤਾ, ਉਸ ਵੱਲ ਤੁਹਾਡਾ ਧਿਆਨ ਹੀ ਨਹੀਂ। ਤੁਹਾਡੇ ਮੰਗਣ ਤੋਂ ਪਹਿਲਾਂ, ਤੁਹਾਡੀ ਅਰਦਾਸ ਕਰਨ ਤੋਂ ਪਹਿਲਾਂ ਮੈਨੂੰ ਪਤਾ ਹੁੰਦਾ ਤੁਹਾਡੀ ਕੀ ਲੋੜ ਹੈ, ਕਦੋਂ ਤੇ ਕਿੰਨੀ ਲੋੜ ਹੈ। ਤੁਹਾਡੀ ਹਰ ਲੋੜ ਪੂਰੀ ਕਰਦਾ। ਤੁਸੀਂ ਲੈ ਮੁੱਕਰੀ ਜਾ ਰਹੇ ਹੋ। ਕੋਈ ਵਿਚਾਰ, ਕੋਈ ਬੇਨਤੀ, ਕੋਈ ਅਰਦਾਸ ਅਣਸੁਣੀ ਨਹੀਂ ਰਹਿੰਦੀ। ਜਿਹੜਾ ਗਿੜਗਿੜਾਉਂਦਾ ਹੈ ਉਹ ਝੂਠ ਬੋਲਦਾ ਹੈ। ਤੁਸੀਂ ਅਰਦਾਸ ਇਹ ਸੋਚ ਕੇ ਕਰਦੇ ਹੋ ਕਿ ਜੋ ਤੁਸੀਂ ਮੰਗ ਰਹੇ ਹੋ ਤੁਹਾਡੇ ਕੋਲ ਨਹੀਂ ਹੈ। ਵੇਖੋ ਤਾਂ ਸਹੀ, ਉਹ ਪਹਿਲਾਂ ਹੀ ਤੁਹਾਡੇ ਕੋਲ ਹੁੰਦਾ। ਤੁਸੀਂ ਵੇਖਦੇ ਹੀ ਨਹੀਂ। ਪਹਿਲਾਂ ਹੀ ਲੋੜ ਨਾਲੋਂ ਵਧੇਰੇ ਹੁੰਦਾ, ਫਿਰ ਵੀ ਮੰਗੀ ਜਾ ਰਹੇ ਹੋ। ਜੇ ਵਿਸ਼ਵਾਸ ਕਰੋਗੇ ਤਾਂ ਹੀ ਸਭ ਕੁਝ ਮਿਲੇ ਹੋਣ ਦੀ ਸੋਝੀ ਮਿਲੇਗੀ। ਮੰਗਣ ਤੋਂ ਪਹਿਲਾਂ ਜੋ ਮਿਲਿਆ ਹੋਇਆ ਉਹ ਪਛਾਣੋ ਤੇ ਜਾਣੋ। ਤੁਹਾਨੂੰ ਮੈਂ ਆਪਣੀਆਂ ਚੀਜ਼ਾਂ ਦੀ ਦੁਰਵਰਤੋਂ ਕਰਨ ਦੀ ਆਗਿਆ ਕਿਵੇਂ ਦੇਵਾਂ? ਜਦੋਂ ਤੇ ਜਿੱਥੇ ਮੈਨੂੰ ਮਹਿਸੂਸ ਕਰੋਗੇ ਚੁੱਪ ਹੋ ਜਾਓਗੇ। ਜਦੋਂ ਤੱਕ ਚੁੱਪ ਨਹੀਂ ਹੁੰਦੇ ਤੁਸੀਂ ਮੈਨੂੰ ਸੁਣੋਗੇ ਨਹੀਂ। ਧੰਨਵਾਦ। ਨੈਕਸਟ, ਇੱਕ ਕਿਸਾਨ ਨੇ ਇੱਕ ਘੋੜਾ ਅਤੇ ਇੱਕ ਬਲਦ ਰੱਖਿਆ ਹੋਇਆ ਸੀ। ਘੋੜਾ ਕਿਧਰੇ ਆਉਣ ਜਾਣ ਲਈ ਵਰਤਿਆ ਜਾਂਦਾ ਸੀ। ਇੱਕ ਦਿਨ ਬਲਦ ਨੇ ਘੋੜੇ ਨੂੰ ਕਿਹਾ, ਪਿਆਰੇ ਦੋਸਤ, ਤੂੰ ਚੰਗੀ ਕਿਸਮਤ ਵਾਲਾ ਹੈ, ਪਰ ਮੈਨੂੰ ਤਾਂ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ ਕੰਮ ਕਰਨਾ ਪੈਂਦਾ ਹੈ। ਮੈਂ ਥੱਕ ਗਿਆ। ਮੇਰਾ ਦਿਲ ਕਰਦਾ ਹੈ ਕਿ ਮੈਂ ਇੱਕ ਦਿਨ ਰੱਜ ਕੇ ਆਰਾਮ ਕਰਾਂ। ਘੋੜੇ ਨੇ ਮਦਦ ਕਰਨ ਦੀ ਹਾਮੀ ਭਰੀ। ਬਲਦ ਨੇ ਕਿਹਾ, ਤੂੰ ਸਵੇਰੇ ਚਾਰਾ ਨਾ ਖਾਈਂ। ਮਾਲਕ ਸਮਝ ਜਾਏਗਾ ਕਿ ਤੂੰ ਬਿਮਾਰ ਹੈ, ਉਹ ਤੇਰੀ ਥਾਂ ਮੈਨੂੰ ਵਰਤ ਲਏਗਾ। ਬਲਦ ਨੇ ਇਵੇਂ ਹੀ ਕੀਤਾ, ਪਰ ਕਿਸਾਨ ਦੀ ਗੈਰ ਹਾਜ਼ਰੀ 'ਚੋਂ ਚਾਰਾ ਖਾ ਲੈਂਦਾ ਸੀ। ਦੂਜੇ ਦਿਨ ਵੀ ਬਲਦ ਨੇ ਕਿਸਾਨ ਦੇ ਸਾਹਮਣੇ ਚਾਰਾ ਨਾ ਖਾਧਾ। ਤੀਜੇ ਦਿਨ ਵੀ ਇਵੇਂ ਹੀ ਕੀਤਾ। ਚੌਥੇ ਪੰਜਵੇਂ ਦਿਨ ਥੋੜ੍ਹਾ ਜਿਹਾ ਖਾ ਲਿਆ। ਇਵੇਂ 7 ਦਿਨ ਲੰਘ ਗਏ। ਨਿਰਸੰਦੇਹ ਘੋੜੇ ਦੀ ਸਦਭਾਵਨਾ ਤੇ ਸਨੇਹ ਦੀ ਦੁਰਵਰਤੋਂ ਹੋ ਰਹੀ ਸੀ। ਆਖਰ ਘੋੜੇ ਨੇ ਬਲਦ ਨੂੰ ਕਿਹਾ, ਅੱਜ ਮਾਲਕ ਗੁਆਂਢੀ ਨੂੰ ਕਹਿ ਰਿਹਾ ਸੀ ਕਿ ਜੇ ਬਲਦ ਇੱਕ ਅੱਧੇ ਦਿਨ 'ਚ ਠੀਕ ਨਾ ਹੋਇਆ ਤਾਂ ਕਸਾਈ ਨੂੰ ਵੇਚ ਦੇਵਾਂਗਾ। ਕਸਾਈ ਦਾ ਨਾਂ ਸੁਣ ਕੇ ਬਲਦ ਠੀਕ ਹੋ ਗਿਆ। ਉਸ ਉਪਰੰਤ ਘੋੜਾ ਬਲਦ ਦੇ ਦੁੱਖਾਂ ਤਕਲੀਫਾਂ ਨੂੰ ਸੁਣ ਲੈਂਦਾ ਸੀ, ਪਰ ਮਦਦ ਦੀ ਕੋਈ ਪੇਸ਼ਕਸ਼ ਨਹੀਂ ਸੀ ਕਰਦਾ। ਧੰਨਵਾਦ। ਨੈਕਸਟ, ਪੁਰਸ਼ ਹੋਰ ਤਰ੍ਹਾਂ ਸੋਚਦਾ ਹੈ, ਇਸਤਰੀ ਹੋਰ ਤਰ੍ਹਾਂ। ਪੁੱਤਰ ਵਿਸ਼ਵ ਯਾਤਰਾ 'ਤੇ ਨਿਕਲਿਆ ਸੀ। ਦਿਲ ਦੇ ਰੋਗੀ ਪਿਤਾ ਨੇ ਕਿਹਾ, ਜੇ ਪਿੱਛੋਂ ਮੇਰੀ ਮੌਤ ਹੋ ਜਾਏ ਤਾਂ ਵੀ ਤੂੰ ਯਾਤਰਾ ਜਾਰੀ ਰੱਖਣੀ ਹੈ ਅਤੇ ਮੁਕੰਮਲ ਕਰਕੇ ਹੀ ਮੁੜਨਾ ਹੈ। ਮਾਂ ਨੇ ਕਿਹਾ, ਜਦੋਂ ਮੈਂ ਮਰਾਂ ਤੂੰ ਭਾਵੇਂ ਕਿਧਰੇ ਵੀ ਹੋਵੇਂ ਜ਼ਰੂਰ ਆਵੀਂ। ਮੇਰਾ ਸੰਸਕਾਰ ਤੂੰ ਆਪਣੇ ਹੱਥਾਂ ਨਾਲ ਹੀ ਕਰਨਾ ਹੈ। ਧੰਨਵਾਦ। ਨੈਕਸਟ, ਕਲਾਕਾਰਾਂ ਨੂੰ ਸਰਪ੍ਰਸਤ ਚਾਹੀਦੇ ਹੁੰਦੇ ਹਨ। ਮਾਈਕਲ ਐਂਜਲੋ ਦਾ ਸਰਪ੍ਰਸਤ ਪੋਪ ਸੀ। ਮਾਈਕਲ ਐਂਜਲੋ ਆਪਣੇ ਜ਼ਮਾਨੇ ਦਾ ਸਰਬੋਤਮ ਚਿੱਤਰਕਾਰ ਤੇ ਮੂਰਤੀਕਾਰ ਸੀ। ਉਹਦਾ ਬਦਲ ਉਹ ਆਪ ਹੀ ਹੋ ਸਕਦਾ ਸੀ। ਇੱਕ ਵਾਰੀ ਮਾਈਕਲ ਐਂਜਲੋ ਪੋਪ ਵੱਲੋਂ ਉਸਾਰੇ ਗਏ ਨਵੇਂ ਗਿਰਜੇ ਦੀ ਛੱਤ ਨੂੰ ਚਿੱਤਰ ਰਿਹਾ ਸੀ ਕਿ ਕਿਸੇ ਕਾਰਨ ਉਹ ਪੋਪ ਨਾਲ ਨਾਰਾਜ਼ ਹੋ ਕੇ ਚਲਾ ਗਿਆ। ਕੰਮ ਛੱਡ ਗਿਆ, ਰੋਮ ਵੀ ਛੱਡ ਗਿਆ। ਪੋਪ ਨੇ ਆਪਣੀ ਗਲਤੀ ਕਬੂਲਦਿਆਂ ਕਿਹਾ ਸੀ, ਮਾਈਕਲ ਐਂਜਲੋ ਨੂੰ ਹੋਰ ਸਰਪ੍ਰਸਤ ਪੋਪ ਮਿਲ ਜਾਣਗੇ, ਪਰ ਪੋਪ ਨੂੰ ਹੋਰ ਮਾਈਕਲ ਐਂਜਲੋ ਨਹੀਂ ਲੱਭੇਗਾ। ਇਉਂ ਪੋਪ ਨੇ ਆਪਣੇ ਚਹੇਤੇ ਕਲਾਕਾਰ ਦੀ ਵਾਪਸੀ ਸੁਨਿਸ਼ਚਿਤ ਕਰ ਲਈ ਸੀ। ਧੰਨਵਾਦ। ਨੈਕਸਟ, ਅਮਰੀਕਾ ਵਿੱਚ ਪਹਿਲਾਂ ਟਮਾਟਰ ਖਾਧੇ ਨਹੀਂ ਸੀ ਜਾਂਦੇ, ਘਰਾਂ ਨੂੰ ਸਜਾਉਣ ਲਈ ਵਰਤੇ ਜਾਂਦੇ ਸਨ, ਕਿਉਂਕਿ ਵਹਿਮ ਸੀ ਜਿਹੜਾ ਖਾਏਗਾ ਮਰ ਜਾਏਗਾ। ਅਮਰੀਕਾ ਵਿੱਚ ਨਿਊ ਜਰਸੀ ਦੇ ਕਰਨਲ ਰਾਬਰਟ ਗਿਬਨ ਜੌਨਸਨ ਨੇ ਐਲਾਨ ਕੀਤਾ ਕਿ ਉਹ ਸ਼ਹਿਰ ਦੇ ਵੱਡੇ ਚੌਕ 'ਚ ਖਲੋ ਕੇ ਇੱਕ ਨਹੀਂ ਦੋ ਨਹੀਂ, ਉਹ ਟਮਾਟਰਾਂ ਦੀ ਛੋਟੀ ਭਰੀ ਟੋਕਰੀ ਖਾਏਗਾ। ਉਹਨੇ ਟਮਾਟਰਾਂ ਦੀ ਟੋਕਰੀ ਖਾਧੀ। ਜਦੋਂ ਉਹਨੂੰ ਕੁਝ ਨਾ ਹੋਇਆ ਤਾਂ 5 ਸਾਲਾਂ ਵਿੱਚ ਹੀ ਟਮਾਟਰ ਸਬਜ਼ੀ ਦੀ ਹਰ ਦੁਕਾਨ 'ਤੇ ਵਿਕਣ ਲੱਗ ਪਏ ਅਤੇ ਟਮਾਟਰਾਂ ਦਾ ਜੂਸ, ਸੂਪ ਅਤੇ ਚਟਨੀ ਲੋਕਾਂ ਦੀ ਪਸੰਦ ਬਣ ਗਈ। ਧੰਨਵਾਦ। ਨੈਕਸਟ, ਇੱਕ ਫਿਲਮ ਵਿੱਚ ਬੇਘਰੇ, ਭੁੱਖੇ ਪਿਆਸੇ, ਗਰੀਬ, ਉਦਾਸ ਲੋਕਾਂ ਅਤੇ ਉਹਨਾਂ ਦੇ ਆਲੇ ਦੁਆਲੇ ਦਾ ਦ੍ਰਿਸ਼ ਫਿਲਮਾਇਆ ਜਾਣਾ ਸੀ। ਨਿਰਦੇਸ਼ਕ ਨੇ ਆਪਣੇ ਸਹਾਇਕ ਨੂੰ ਕਿਹਾ ਕਿ ਸ਼ਹਿਰ ਦੀ ਇੱਕ ਗੰਦੀ ਬਸਤੀ ਵਿੱਚ ਸੁਨੇਹਾ ਦੇ ਆਓ ਕਿ ਕੱਲ੍ਹ ਇਹ ਦ੍ਰਿਸ਼ ਫਿਲਮਾਇਆ ਜਾਏਗਾ ਅਤੇ ਹਰ ਕਿਸੇ ਨੂੰ 100 ਰੁਪਇਆ ਦਿੱਤਾ ਜਾਏਗਾ। ਪਛਾਣ ਮਿਲਣ ਦਾ ਆਪਣਾ ਜਾਦੂ ਹੁੰਦਾ ਹੈ। ਅਗਲੇ ਦਿਨ ਫਿਲਮ ਵਿੱਚ ਦਿਸਣ ਦੇ ਚਾਅ ਨਾਲ ਲੋਕਾਂ ਨੇ ਰਾਤੋਂ ਰਾਤ ਬਸਤੀ ਸਾਫ਼ ਕਰ ਦਿੱਤੀ, ਕੱਪੜੇ ਧੋ ਕੇ ਸੁਕਾ ਲਏ। ਜਦੋਂ ਦ੍ਰਿਸ਼ ਫਿਲਮਾਉਣ ਵਾਲਾ ਅਮਲਾ ਪਹੁੰਚਿਆ
ਤਾਂ ਕਿਸੇ ਦੇ ਚਿਹਰੇ ਤੇ ਬੇਵਸੀ, ਗਰੀਬੀ, ਮੰਦਹਾਲੀ ਆਦਿ ਦਾ ਨਾਮ ਨਿਸ਼ਾਨ ਨਹੀਂ ਸੀ। ਉੱਥੇ ਹਾਜ਼ਰ ਲੋਕਾਂ ਦੇ ਚਮਕਦੇ ਧੋਤੇ ਹੋਏ ਨਿਖਰੇ ਚਿਹਰਿਆਂ ਉੱਤੇ ਇੱਕ ਕੰਨ ਤੋਂ ਦੂਜੇ ਕੰਨ ਤੱਕ ਮੁਸਕਰਾਹਟ ਫੈਲੀ ਹੋਈ ਸੀ। ਉਹ ਫਿਲਮੀ ਟੁਕੜੀ ਨੂੰ ਵੇਖ ਕੇ ਬੜੇ ਖੁਸ਼ ਹੋਏ, ਪਰ ਫਿਲਮੀ ਟੁਕੜੀ ਉਸ ਦ੍ਰਿਸ਼ ਨੂੰ ਵੇਖ ਕੇ ਉਦਾਸ ਸੀ, ਕਿਉਂਕਿ ਜਿਹੜਾ ਦ੍ਰਿਸ਼ ਫਿਲਮਾਇਆ ਜਾਣਾ ਸੀ ਉਹ ਦ੍ਰਿਸ਼ ਤਾਂ ਉੱਥੇ ਹੈ ਹੀ ਨਹੀਂ ਸੀ। ਧੰਨਵਾਦ। ਨੈਕਸਟ, ਲਿੰਕਨ ਨੇ ਆਪਣੀਆਂ ਫੌਜਾਂ ਨੂੰ ਵਿਰੋਧੀ ਫੌਜਾਂ 'ਤੇ ਹਮਲਾ ਕਰਨ ਦੇ ਫੈਸਲੇ ਨਾਲ ਇੱਕ ਚਿੱਠ ਲਿਖ ਕੇ ਭੇਜੀ, ਜਿਸ 'ਤੇ ਲਿਖਿਆ ਸੀ, ਜੇ ਸਫਲ ਹੋ ਜਾਓ ਤਾਂ ਜਿੱਤ ਨੂੰ ਆਪਣੀ ਦੱਸਣਾ, ਜੇ ਨਾ ਹੋ ਤਾਂ ਹਾਰ ਦੀ ਜ਼ਿੰਮੇਵਾਰੀ ਮੈਂ ਲਵਾਂਗਾ। ਜਿੱਤੋਗੇ ਤੁਸੀਂ, ਹਾਰਾਂਗਾ ਮੈਂ। ਇਹਨਾਂ ਸ਼ਬਦਾਂ ਨਾਲ ਲਿੰਕਨ ਨੇ ਆਪਣੀ ਫੌਜ ਦਾ ਹੌਸਲਾ ਬੁਲੰਦ ਕਰ ਦਿੱਤਾ ਸੀ। ਧੰਨਵਾਦ। ਨੈਕਸਟ, ਕਲਪਨਾ ਚਾਵਲਾ ਦੇ ਦਾਦਾ ਜੀ ਬਿਮਾਰ ਸਨ। ਰੋਗ ਠੀਕ ਨਹੀਂ ਸੀ ਹੋ ਰਿਹਾ। ਜਦੋਂ ਮਰਨ ਕਿਨਾਰੇ ਸਨ ਤਾਂ ਉਹਨਾਂ ਦੀ ਪਤਨੀ ਆਖਰੀ ਆਸ ਨਾਲ ਉਹਨਾਂ ਨੂੰ ਸੰਤ ਨਿੱਕਾ ਸਿੰਘ ਕੋਲ ਲੈ ਗਈ। ਇਸਤਰੀ 'ਚ ਇੱਕ ਗੁੱਝਾ ਵਿਸ਼ਵਾਸ ਹੁੰਦਾ ਹੈ, ਜਿਹਨੂੰ ਉਹ ਜ਼ਿੰਦਗੀ ਦੀਆਂ ਸਾਰੀਆਂ ਆਸਾਂ ਉਮੀਦਾਂ ਮੁੱਕ ਜਾਣ ਸਮੇਂ ਜਗਾਉਂਦੀ ਹੈ। ਗੱਲ ਸੰਤ ਨਿੱਕਾ ਸਿੰਘ ਦੀ ਰੋਗ ਠੀਕ ਕਰਨ ਦੀ ਸ਼ਕਤੀ ਦੀ ਨਹੀਂ ਹੈ, ਗੱਲ ਪਤਨੀ ਦੇ ਵਿਸ਼ਵਾਸ ਦੀ ਸ਼ਕਤੀ ਦੀ ਹੈ। ਗੱਲ ਇਹ ਨਹੀਂ ਸੀ ਕਿ ਉਹ ਪਤੀ ਨੂੰ ਇੱਕ ਸੰਤ ਕੋਲ ਲੈ ਗਈ, ਗੱਲ ਇਹ ਸੀ ਕਿ ਉਹ ਆਪਣੇ ਪਤੀ ਨੂੰ ਮਰਨ ਨਹੀਂ ਸੀ ਦੇਣਾ ਚਾਹੁੰਦੀ ਤੇ ਉਹ ਵਿਧਵਾ ਹੋਣ ਲਈ ਤਿਆਰ ਨਹੀਂ ਸੀ। ਭਾਵੇਂ ਸਾਰਿਆਂ ਨੇ ਆਸ ਲਾ ਦਿੱਤੀ ਸੀ, ਪਰ ਪਤਨੀ 'ਚ ਆਸ ਅਜੇ ਜਿਉਂਦੀ ਸੀ। ਬਿਮਾਰ ਪਤੀ ਸੀ, ਪਰ ਜੱਦੋ-ਜਹਿਦ ਪਤਨੀ ਕਰ ਰਹੀ ਸੀ। ਉਹ ਚਾਹੁੰਦੀ ਸੀ ਕਿ ਉਹਦਾ ਪਤੀ ਠੀਕ ਹੋਵੇ। ਉਹਨੂੰ ਪਤੀ ਦੀ ਲੋੜ ਸੀ, ਉਹਦਾ ਸੁਹਾਗ ਸੀ। ਰਿਸ਼ਤਾ ਕੋਈ ਹੋਵੇ, ਉਹਨੂੰ ਬਣਾਈ ਰੱਖਣ ਲਈ ਇਸਤਰੀ ਹਮੇਸ਼ਾ ਵਧੇਰੇ ਯੋਗਦਾਨ ਪਾਉਂਦੀ ਹੈ, ਵਧੇਰੇ ਕੁਰਬਾਨੀਆਂ ਕਰਦੀ ਹੈ। ਪਤਨੀ ਨੇ ਸੰਤ ਨਿੱਕਾ ਸਿੰਘ ਨੂੰ ਕਿਹਾ, ਮੈਂ ਆਖਰੀ ਆਸ ਲੈ ਕੇ ਆਈ ਹਾਂ, ਤੁਸੀਂ ਕੁਝ ਕਰੋ। ਸੰਤ ਨਿੱਕਾ ਸਿੰਘ ਨੇ ਕਿਹਾ, ਲੱਸੀ ਲਿਆਓ। ਲੱਸੀ ਲਿਆਂਦੀ ਗਈ, ਪਿਲਾਈ ਗਈ, ਰੋਜ਼ ਪਿਲਾਉਂਦੇ ਰਹੇ। ਪਤੀ ਦਿਨਾਂ 'ਚ ਹੀ ਠੀਕ ਹੋ ਗਿਆ। ਦੱਸਿਆ ਨਹੀਂ ਜਾ ਸਕਦਾ ਕਿ ਉਹ ਪਤਨੀ ਦੇ ਅਟੁੱਟ ਵਿਸ਼ਵਾਸ ਨਾਲ ਠੀਕ ਹੋਇਆ, ਜਾਂ ਸੰਤ ਨਿੱਕਾ ਸਿੰਘ ਕੋਲ ਪਹੁੰਚਣ ਕਰਕੇ ਠੀਕ ਹੋਇਆ, ਜਾਂ ਲੱਸੀ ਨਾਲ ਠੀਕ ਹੋਇਆ, ਜਾਂ ਇਹਨਾਂ ਸਾਰੇ ਉਪਰਾਲਿਆਂ ਦੇ ਕੁੱਲ ਜੋੜ ਨਾਲ ਠੀਕ ਹੋਇਆ। ਜਦੋਂ ਵੀ ਕੁਝ ਮਹੱਤਵਪੂਰਨ ਵਾਪਰਦਾ ਹੈ, ਉਸ ਪਿੱਛੇ ਕਈ ਸ਼ਕਤੀਆਂ ਕਾਰਜਸ਼ੀਲ ਹੁੰਦੀਆਂ ਹਨ। ਰੋਗ ਦੇ ਠੀਕ ਹੋਣ ਦਾ ਅਸਲ ਕਾਰਨ ਪਤਾ ਨਾ ਲੱਗਣ ਕਰਕੇ ਅਰੋਗ ਹੋਣ 'ਤੇ ਪਰਮਾਤਮਾ ਦਾ ਧੰਨਵਾਦ ਕੀਤਾ ਜਾਂਦਾ ਹੈ। ਧੰਨਵਾਦ। ਨੈਕਸਟ, ਦੋ ਮਿੱਤਰਾਂ ਨੇ ਰਲ ਕੇ ਵਪਾਰ ਕੀਤਾ। ਸਾਲ ਮਗਰੋਂ ਦੋਹਾਂ ਨੂੰ 10-10 ਲੱਖ ਰੁਪਏ ਦਾ ਲਾਭ ਹੋਇਆ। ਇੱਕ ਮਿੱਤਰ ਬੜਾ ਖੁਸ਼ ਸੀ, ਕਿਉਂਕਿ ਉਹਨੂੰ ਆਸ 8 ਲੱਖ ਰੁਪਏ ਦੇ ਲਾਭ ਦੀ ਸੀ, ਪਰ ਲਾਭ 10 ਲੱਖ ਹੋਇਆ ਸੀ। ਦੂਜਾ ਮਿੱਤਰ ਉਦਾਸ ਸੀ, ਕਿਉਂਕਿ ਉਹਨੂੰ ਆਸ 15 ਲੱਖ ਰੁਪਏ ਲਾਭ ਦੀ ਸੀ, ਪਰ ਹੋਇਆ 10 ਲੱਖ ਸੀ। ਖੁਸ਼ੀ ਤੇ ਉਦਾਸੀ, ਸਫਲਤਾ ਤੇ ਅਸਫਲਤਾ ਵਪਾਰ ਵਿੱਚ ਨਹੀਂ ਸੀ, ਇਹ ਉਹਨਾਂ ਦੋਹਾਂ ਮਿੱਤਰਾਂ ਦੀਆਂ ਸੋਚਾਂ ਤੇ ਆਸਾਂ ਵਿੱਚ ਸੀ। ਨੈਕਸਟ, ਇੱਕ ਪਿੰਡ ਵਿੱਚ 2 ਮੰਜ਼ਿਲਾ ਗੁਰਦੁਆਰਾ ਸੀ। ਸਬੱਬ ਨਾਲ ਪਿੰਡ 'ਚ ਜਿਹੜਾ ਵੀ ਆਪਣੇ ਘਰ ਦਾ ਚੁਬਾਰਾ ਪਾਉਂਦਾ ਸੀ, ਕਿਸੇ ਕਾਰਨ ਉਹ ਮਰ ਜਾਂਦਾ ਸੀ। ਜਦੋਂ 3-4 ਵਾਰੀ ਐਵੇਂ ਹੋਇਆ ਤਾਂ ਇਲਾਕੇ 'ਚ ਗੱਲ ਧੁੰਮ ਗਈ ਕਿ ਜਿਹੜਾ ਆਪਣਾ ਮਕਾਨ ਗੁਰਦੁਆਰੇ ਨਾਲੋਂ ਉੱਚਾ ਕਰੇਗਾ ਉਹ ਮਰ ਜਾਏਗਾ। ਇੱਕ ਫੌਜੀ ਦੂਜੇ ਵਿਸ਼ਵ ਯੁੱਧ ਮਗਰੋਂ ਜਦੋਂ ਸੇਵਾ ਮੁਕਤ ਹੋ ਕੇ ਪਿੰਡ ਆਇਆ ਤੇ ਜਦੋਂ ਉਹਨੇ ਚੁਬਾਰਾ ਪਾਉਣਾ ਆਰੰਭ ਕੀਤਾ ਤਾਂ ਸਾਰੇ ਕਹਿਣ ਲੱਗੇ, ਲੋ ਵੇਖੋ, ਜੰਗ 'ਚੋਂ ਬਚ ਕੇ ਆ ਗਿਆ, ਹੁਣ ਚੁਬਾਰੇ ਨੇ ਮਾਰ ਦੇਣਾ। ਲੋਕ ਸਵੇਰੇ ਉੱਠ ਕੇ ਇੱਕ ਦੂਜੇ ਤੋਂ ਸਭ ਤੋਂ ਪਹਿਲਾਂ ਹੀ ਪੁੱਛਦੇ ਸਨ, ਫੌਜੀ ਮਰ ਗਿਆ ਕਿ ਨਹੀਂ। ਜਦੋਂ ਫੌਜੀ ਨੇ ਚੁਬਾਰਾ ਪਾ ਲਿਆ, ਉਹਨੂੰ ਕੁਝ ਨਾ ਹੋਇਆ ਤਾਂ ਕੁਝ ਮਹੀਨਿਆਂ 'ਚ ਹੀ ਸਾਰੇ ਪਿੰਡ ਨੇ ਚੁਬਾਰੇ ਪਾ ਲਏ। ਪਹਿਲ ਕਰਨ ਵਾਲਾ ਇੱਕ ਹੀ ਹੁੰਦਾ ਹੈ, ਬਾਕੀ ਸਾਰੇ ਪਿੱਛ ਲੱਗ ਹੁੰਦੇ ਹਨ। ਧੰਨਵਾਦ। ਨੈਕਸਟ, ਜੋ ਬਹੁਤ ਅਧਿਕ ਖਾਂਦਾ ਹੈ, ਯੋਗ ਉਸ ਲਈ ਨਹੀਂ ਹੈ। ਯੋਗ ਉਸ ਲਈ ਵੀ ਨਹੀਂ ਹੈ ਜਿਹੜਾ ਭੁੱਖਾ ਰਹਿੰਦਾ ਹੈ, ਉਸ ਲਈ ਵੀ ਨਹੀਂ ਹੈ ਜਿਹੜਾ ਸੁੱਤਾ ਹੀ ਰਹਿੰਦਾ ਹੈ, ਨਾ ਉਸ ਲਈ ਹੈ ਜਿਹੜਾ ਸੌਂਦਾ ਹੀ ਨਹੀਂ। ਜਿਹੜਾ ਸੰਜਮ ਵੀ ਖਾਏਗਾ ਉਹੀ ਜੀਏਗਾ। ਕਿਸੇ ਚੀਜ਼ ਦਾ ਅਧਿਕ ਹੋਣਾ ਵਰ ਨਹੀਂ, ਸਰਾਪ ਹੈ। ਜਿਹੜਾ ਸੰਜਮੀ ਹੈ, ਯੋਗ ਉਸ ਲਈ ਹੈ। ਯੋਗ ਉਹਦੇ ਸਾਰੇ ਰੋਗਾਂ ਤੇ ਕਸ਼ਟਾਂ ਦਾ ਨਿਵਾਰਨ ਕਰਦਾ ਹੈ।
ਵਾਸਤਵ ਵਿੱਚ ਸੰਜਮੀ ਨੂੰ ਯੋਗ ਦੀ ਲੋੜ ਹੀ ਨਹੀਂ, ਕਿਉਂਕਿ ਸੰਜਮੀ ਨੂੰ ਸਰੀਰਕ ਰੋਗ ਕਸ਼ਟ ਹੁੰਦੇ ਹੀ ਨਹੀਂ। ਸੰਜਮ ਹੀ ਯੋਗ ਹੈ, ਯੋਗ ਸੰਜਮ ਹੀ ਹੈ। ਧੰਨਵਾਦ। ਜਦੋਂ ਜਰਮਨੀ 'ਚ ਮਨੋਵਿਗਿਆਨ ਸੰਬੰਧੀ ਫਰਾਇਡ ਦੀਆਂ ਪੁਸਤਕਾਂ ਸਾੜੀਆਂ ਗਈਆਂ ਤਾਂ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਫਰਾਇਡ ਨੇ ਕਿਹਾ ਸੀ, ਅਸੀਂ ਬੜੀ ਤਰੱਕੀ ਕਰ ਲਈ ਹੈ। ਜੇ ਮੈਂ ਮੱਧਕਾਲ 'ਚ ਹੁੰਦਾ ਤਾਂ ਉਹਨਾਂ ਨੇ ਮੇਰੀਆਂ ਪੁਸਤਕਾਂ ਦੇ ਨਾਲ ਮੈਨੂੰ ਵੀ ਸਾੜ ਦੇਣਾ ਸੀ। ਹੁਣ ਉਹ ਕੇਵਲ ਮੇਰੀਆਂ ਪੁਸਤਕਾਂ ਹੀ ਸਾੜ ਸਕੇ ਹਨ। ਧੰਨਵਾਦ। ਨੈਕਸਟ। ਇੱਕ ਗੱਡੀ 'ਚ ਇੱਕ ਮਾਂ ਦੋ ਧੀਆਂ ਨਾਲ ਸਫ਼ਰ ਕਰ ਰਹੀ ਸੀ। ਇੱਕ ਛੋਟੇ ਸਟੇਸ਼ਨ ਤੇ ਦੋ ਲੁਟੇਰੇ ਡੱਬੇ 'ਚ ਦਾਖਲ ਹੋਏ ਤੇ ਚਾਕੂ ਵਿਖਾ ਕੇ ਕਿਹਾ, ਮਾਲ ਨਿਕਾਲੋ। ਇੱਕ ਨੇ ਮਾਂ ਦੇ ਬੈਗ ਨੂੰ ਹੱਥ ਪਾਇਆ। ਨੇਹਾ ਨਾਂ ਦੀ ਧੀ ਨੇ ਚੀਕ ਮਾਰੀ। ਆਦਮੀ ਨੇ ਉਹਦਾ ਚਿਹਰਾ ਝਰੀਟ ਦਿੱਤਾ, ਵਾਲ ਪੁੱਟ ਦਿੱਤੇ। ਮਾਂ ਨੇ ਕਿਹਾ, ਇਹਨੂੰ ਬੈਗ ਲੈ ਜਾਣ ਦੇ। ਨੇਹਾ ਨੇ ਕਿਹਾ, ਨਹੀਂ, ਇਹ ਮੇਰੀ ਮਾਂ ਦਾ ਬੈਗ ਹੈ। ਲੁਟੇਰਾ ਉਹਨੂੰ ਨੇੜੇ ਦੇ ਖੁੱਲ੍ਹੇ ਦਰਵਾਜ਼ੇ ਵੱਲ ਬਾਹਰ ਸੁੱਟਣ ਵਾਸਤੇ ਖਿੱਚਣ ਲੱਗ ਪਿਆ। ਦਰਵਾਜ਼ੇ ਕੋਲ ਨੇਹਾ ਨੇ ਇੱਕ ਸੀਟ ਨੂੰ ਹੱਥ ਪਾ ਲਿਆ ਤੇ ਲੁਟੇਰੇ ਨੇ ਵੀ ਚਾਕੂ ਕੱਢ ਲਿਆ। ਦੂਜੀ ਭੈਣ ਨੇ ਇੰਨੀ ਜ਼ੋਰ ਦਾ ਉਹਦੀ ਬਾਂਹ ਤੇ ਚੱਕ ਵੱਢਿਆ ਕਿ ਉਹਦਾ ਚਾਕੂ ਡਿੱਗ ਪਿਆ, ਜਿਹੜਾ ਦੂਜੀ ਧੀ ਨੇ ਪੈਰ ਨਾਲ ਗੱਡੀ 'ਚੋਂ ਬਾਹਰ ਸੁੱਟ ਦਿੱਤਾ। ਇੰਨੇ 'ਚ ਚੱਕ ਵੱਢਣ ਵਾਲੀ ਭੈਣ ਨੇ ਲੁਟੇਰੇ ਦੀ ਗਰਦਨ ਨੂੰ ਇੰਨਾ ਕੱਸ ਲਿਆ ਕਿ ਉਹ ਹਿੱਲ ਨਾ ਸਕਿਆ। ਨੇਹਾ ਨਾਲ ਖਿੱਚ ਧੂ ਵਿੱਚ ਦੂਜੇ ਲੁਟੇਰੇ ਦੀ ਲੂੰਗੀ ਖੁੱਲ੍ਹ ਗਈ, ਜਿਹਨੂੰ ਠੀਕ ਕਰਦਿਆਂ ਉਹਦੇ ਹੱਥੋਂ ਬੈਗ ਡਿੱਗ ਪਿਆ। ਬਾਕੀ ਸਵਾਰੀਆਂ ਜਿਹੜੀਆਂ ਸਹਿਮੀਆਂ ਹੋਈਆਂ ਸਨ ਉਹ ਵੀ ਦਲੇਰ ਹੋ ਗਈਆਂ। ਉਹਨਾਂ ਨੇ ਬੈਗ ਸਾਂਭ ਲਿਆ। ਕੋਈ ਸਟੇਸ਼ਨ ਆ ਰਿਹਾ ਸੀ, ਗੱਡੀ ਹੌਲੀ ਹੋ ਗਈ। ਲੁਟੇਰੇ ਛਾਲਾ ਮਾਰ ਕੇ ਦੌੜ ਗਏ ਸਨ। ਦੋਹਾਂ ਭੈਣਾਂ ਦੇ ਸੱਟਾਂ ਲੱਗੀਆਂ ਹੋਈਆਂ ਸਨ ਤੇ ਗੋਡੇ ਛਿੱਲੇ ਹੋਏ ਸਨ। ਮਾਂ ਨੇ ਕਿਹਾ, ਬੱਚਿਓ, ਫਿਰ ਐਵੇਂ ਨਾ ਕਰਨਾ। ਧੀਆਂ ਨੇ ਕਿਹਾ, ਇਵੇਂ ਕਰਨਾ ਹੀ ਠੀਕ ਸੀ। ਜੇ ਫੇਰ ਐਵੇਂ ਕਰਨਾ ਪਿਆ ਤਾਂ ਵਧੇਰੇ ਹਿੰਮਤ ਤੇ ਪੂਰੀ ਦ੍ਰਿੜਤਾ ਨਾਲ ਕਰਾਂਗੀਆਂ। ਹੁਣ ਨਾਰੀ ਉਹ ਨਾਰੀ ਨਹੀਂ ਰਹੀ। ਨੈਕਸਟ। ਫੇਈਦੀਪੀਡੀਅਸ ਨਾਂ ਦਾ ਯੂਨਾਨੀ ਨਾਗਰਿਕ 490 ਪੂਰਵ ਈਸਵੀ 'ਚ ਮੈਰਾਥਨ ਦੇ ਮੈਦਾਨ 'ਚ ਏਥਨਜ਼ ਦੀਆਂ ਹਾਰ ਰਹੀਆਂ ਫੌਜਾਂ ਦੀ ਅਚਾਨਕ ਹੋਈ ਜਿੱਤ ਦੀ ਖੁਸ਼ਖਬਰੀ ਦੇਣ ਲਈ 42 ਮੀਲ ਦੌੜਦਾ ਚਲਾ ਗਿਆ ਤੇ ਏਥਨਜ਼ 'ਚ ਪਹੁੰਚ ਕੇ ਜਿੱਤ ਦਾ ਸਮਾਚਾਰ ਦਿੰਦਿਆਂ ਹੀ ਉਹ ਡਿੱਗ ਕੇ ਮਰ ਗਿਆ। ਏਥਨਜ਼ ਵਾਸੀਆਂ ਨੇ ਉਹਦੀ ਯਾਦ ਵਿੱਚ ਓਲੰਪਿਕ ਖੇਡਾਂ ਵਿੱਚ ਮੈਰਾਥਨ ਤੋਂ ਏਥਨਜ਼ ਤੱਕ ਦੀ 42 ਮੀਲ ਦੀ ਦੌੜ ਨੂੰ ਮੁਕਾਬਲਿਆਂ 'ਚ ਸ਼ਾਮਲ ਕਰ ਲਿਆ ਸੀ। ਹੁਣ ਵੀ ਓਲੰਪਿਕਸ ਵਿੱਚ ਫੇਈਦੀਪੀਡੀਅਸ ਦੀ ਯਾਦ ਵਿੱਚ ਦੌੜੀ ਜਾਂਦੀ ਇਸ ਰੇਸ ਨੂੰ ਮੈਰਾਥਨ ਕਿਹਾ ਜਾਂਦਾ। ਨੈਕਸਟ। ਸਰਦੀ ਦੀ ਇੱਕ ਸਵੇਰ ਨੂੰ ਪਤਨੀ ਨੇ ਬਾਰੀ ਵਿੱਚੋਂ ਬਾਹਰ ਵੇਖਦਿਆਂ ਕਿਹਾ, ਧੁੰਦ ਬੜੀ ਹੈ, ਕੋਈ ਬੰਦਾ ਵਿਖਾਈ ਨਹੀਂ ਦਿੰਦਾ। ਪਤੀ ਨੇ ਕਿਹਾ, ਸਵੇਰੇ ਹੀ ਬੰਦੇ ਲੱਭਣ ਲੱਗ ਪਏ। ਪਤਨੀ ਨੇ ਕਿਹਾ, ਮੇਰਾ ਮਤਲਬ ਸੀ ਕਿ ਧੁੰਦ 'ਚ ਹੱਥ ਨੂੰ ਹੱਥ ਨਹੀਂ ਦਿਸਦਾ। ਪਤੀ ਬੋਲਿਆ, ਹੱਥ ਨੂੰ ਹੱਥ ਕਿਵੇਂ ਦਿਸੇ? ਹੱਥ ਵਿੱਚ ਕੋਈ ਅੱਖ ਲੱਗੀ ਹੋਈ ਹੈ? ਪਤਨੀ ਬੋਲੀ, ਮੈਂ ਤਾਂ ਸੁਭਾਵਕ ਹੀ ਮੌਸਮ, ਠੰਡ ਤੇ ਧੁੰਦ ਦੀ ਗੱਲ ਕੀਤੀ ਸੀ। ਤੁਸੀਂ ਤਾਂ ਹਰ ਗੱਲ 'ਚ ਕੰਘੀ ਫੇਰਨ ਲੱਗ ਪਏ ਹੋ। ਨੈਕਸਟ। ਜੀਵਨ ਵਿੱਚ ਕਈ ਵਾਰ ਬੜੇ ਹੈਰਾਨ ਕਰਨ ਵਾਲੇ ਸਬੱਬ ਵਾਪਰਦੇ ਹਨ। ਇੱਕ ਆਦਮੀ ਇੱਕ ਗਰੁੱਪ ਫੋਟੋ ਨਾਲ ਇੱਕ ਚਿੱਤਰਕਾਰ ਕੋਲ ਗਿਆ ਤੇ ਉਸ ਗਰੁੱਪ ਫੋਟੋ ਵਿੱਚੋਂ ਆਪਣੇ ਭਰਾ ਦੀ ਫੋਟੋ ਦਾ ਚਿੱਤਰ ਬਣਾਉਣ ਲਈ ਕਿਹਾ। ਉਹਨੇ ਚਿੱਤਰਕਾਰ ਨੂੰ ਦੱਸਿਆ ਕਿ ਇੱਕ ਬੱਸ ਦਰਿਆ 'ਚ ਡਿੱਗ ਪਈ ਸੀ, ਜਿਸ 'ਚ ਉਹਦੇ ਭਰਾ ਦੀ ਮੌਤ ਹੋ ਗਈ ਸੀ। ਉਹਦਾ ਭਰਾ ਬੜਾ ਸੋਹਣਾ ਸੀ, ਜਿਹੜਾ ਉਹਨੂੰ ਬੜਾ ਪਿਆਰਾ ਸੀ। ਉਹ ਡੁੱਬ ਕੇ ਮਰ ਗਿਆ ਸੀ। ਉਹਨੇ ਚਿੱਤਰਕਾਰ ਨੂੰ ਦੱਸਿਆ ਕਿ ਸੁਣਿਆ ਸੀ ਕਿ ਕੇਵਲ ਇੱਕ ਲੰਗੜਾ ਆਦਮੀ ਬਚਿਆ ਸੀ ਤੇ ਬਾਕੀ ਸਾਰੇ ਮਾਰੇ ਗਏ ਸਨ। ਚਿੱਤਰਕਾਰ ਨੇ ਚਿੱਤਰ ਬਣਾਇਆ, ਜਿਹੜਾ ਭਰਾ ਨੂੰ ਬਹੁਤ ਪਸੰਦ ਆਇਆ। ਖੁਸ਼ ਹੋ ਕੇ ਪੁੱਛਿਆ, ਮੈਂ ਤੁਹਾਡੀ ਕੀ ਸੇਵਾ ਕਰਾਂ? ਚਿੱਤਰਕਾਰ ਨੇ ਕਿਹਾ, ਇਸ ਚਿੱਤਰ ਨੂੰ ਮੇਰੇ ਵੱਲੋਂ ਪਿਆਰ ਭੇਟਾ ਸਮਝਣਾ। ਤੇ ਉਹਨੇ ਪੈਂਟ ਦਾ ਪਹੁੰਚਾ ਉੱਚਾ ਚੁੱਕ ਕੇ ਲੱਤ ਵਿਖਾਉਂਦਿਆਂ ਕਿਹਾ, ਉਸ ਹਾਦਸੇ 'ਚ ਬਚਣ ਵਾਲਾ ਉਹ ਲੰਗੜਾ ਆਦਮੀ ਮੈਂ ਹੀ ਸੀ। ਪਿਛਲੇ ਕਈ ਸਾਲਾਂ ਤੋਂ ਸੋਚ ਰਿਹਾ ਕਿ ਰੱਬ ਨੇ ਮੈਨੂੰ ਹੀ ਕਿਉਂ ਬਚਾਇਆ। ਸ਼ਾਇਦ ਸਾਰੀ ਬੱਸ ਵਿੱਚ ਮੈਂ ਹੀ ਸਭ ਤੋਂ ਸਧਾਰਨ ਵਿਅਕਤੀ ਸੀ। ਮੈਨੂੰ ਸਮਝ ਨਹੀਂ ਆ ਰਹੀ ਮੈਂ ਕਿਵੇਂ ਤੇ ਕਿਉਂ ਬਚ ਗਿਆ, ਜਦੋਂ ਕਿ ਮਰਨ ਦੀ ਸਭ ਤੋਂ ਵਧੇਰੇ ਸੰਭਾਵਨਾ ਮੇਰੀ ਸੀ।
ਧੰਨਵਾਦ। ਨੈਕਸਟ, ਪਾਲਣ ਪੋਸ਼ਣ ਦੌਰਾਨ ਬੱਚੇ ਦਾ ਨਿਰੰਤਰ ਧਿਆਨ ਰੱਖਣ ਕਰਕੇ ਮਾਂ ਸੋਚਣ ਲੱਗ ਪੈਂਦੀ ਹੈ ਕਿ ਬੱਚਾ ਉਸ ਤੋਂ ਬਿਨਾਂ ਨਹੀਂ ਰਹਿ ਸਕਦਾ, ਜਦੋਂ ਕਿ ਵਾਸਤਵਿਕਤਾ ਇਹ ਹੁੰਦੀ ਹੈ ਕਿ ਮਾਂ ਬੱਚੇ ਤੋਂ ਬਿਨਾਂ ਨਹੀਂ ਰਹਿ ਸਕਦੀ। ਧੰਨਵਾਦ। ਨੈਕਸਟ, ਜਿਹੜਾ ਗੱਲਬਾਤ ਨਹੀਂ ਕਰਦਾ ਉਹ ਮੂਰਖ ਹੁੰਦਾ ਹੈ, ਨਲਾਇਕ ਹੁੰਦਾ ਹੈ। ਜਿਹੜਾ ਗੱਲਬਾਤ ਕਰ ਸਕਦਾ ਹੈ, ਕਰਨੀ ਚਾਹੀਦੀ ਹੈ, ਪਰ ਕਿਸੇ ਨਾਲ ਵੀ ਨਹੀਂ ਕਰਦਾ, ਉਹ ਘਮੰਡੀ ਹੁੰਦਾ ਹੈ, ਹੈਂਕੜਬਾਜ਼ ਹੁੰਦਾ ਹੈ। ਜਿਹੜਾ ਗੱਲਬਾਤ ਕਰਨੀ ਚਾਹੁੰਦਾ ਪਰ ਕਰਨ ਦਾ ਹੌਸਲਾ ਨਹੀਂ ਕਰਦਾ, ਉਹ ਡਰਪੋਕ ਹੁੰਦਾ, ਪਛੜਿਆ ਹੁੰਦਾ ਹੈ। ਜਿਹੜਾ ਗੱਲਬਾਤ ਕਰਨ ਜਾਂ ਨਾ ਕਰਨ ਦੀ ਦੁਚਿੱਤੀ ਦਾ ਸ਼ਿਕਾਰ ਹੁੰਦਾ ਹੈ, ਉਹ ਗੁਲਾਮ ਹੁੰਦਾ ਹੈ, ਅਯੋਗ ਹੁੰਦਾ ਹੈ। ਜਿਹੜੇ ਮਾਨਸਿਕ ਪੱਖੋਂ ਵਿਕਸਿਤ ਹੁੰਦੇ ਹਨ, ਜਿਨ੍ਹਾਂ ਵਿੱਚ ਸਵੈ ਵਿਸ਼ਵਾਸ ਹੁੰਦਾ ਹੈ, ਉਹ ਹਰ ਕਿਸੇ ਨਾਲ ਗੱਲਬਾਤ ਕਰਨ ਲਈ ਤਿਆਰ ਹੁੰਦੇ ਹਨ। ਧੰਨਵਾਦ। ਨੈਕਸਟ, ਪੁਰਾਤਨ ਯੂਨਾਨੀ ਰਿਆਸਤਾਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਸਨ। ਈਸਾ ਤੋਂ ਲਗਭਗ 8 ਸਦੀਆਂ ਪਹਿਲਾਂ ਯੂਨਾਨੀਆਂ ਨੇ ਓਲੰਪਿਕ ਖੇਡਾਂ ਰਾਹੀਂ ਬਿਨਾਂ ਲੜਨ ਦੇ ਯੁੱਧ ਕਰਨ ਦੇ ਪੈਂਤੜੇ ਅਪਣਾਏ। ਇਵੇਂ ਖੇਡਾਂ ਵਾਸਤਵ ਵਿੱਚ ਖੂਨ ਖਰਾਬੇ ਵਾਲੀਆਂ ਲੜਾਈਆਂ ਤੋਂ ਬਚਣ ਦਾ ਵਸੀਲਾ ਸਨ। ਇਹ ਸਿਧਾਂਤ ਅਪਣਾਇਆ ਗਿਆ ਕਿ ਅਸੀਂ ਆਪਸ 'ਚ ਮੁੱਕੇ ਮਾਰਾਂਗੇ ਤੇ ਇੱਕ ਨਿਰਪੱਖ ਵਿਅਕਤੀ ਜਿੱਤ ਹਾਰ ਦਾ ਨਿਰਣਾ ਕਰੇਗਾ। ਮੈਂ ਤੁਹਾਨੂੰ ਡੇਗ ਕੇ ਅਪਮਾਨ ਕਰਾਂਗਾ, ਤੁਸੀਂ ਮੈਨੂੰ ਝਪਕੀ ਦੇ ਕੇ ਡੇਗੋਗੇ ਤੇ ਕਬੀਲੇ ਦੇ ਲੋਕ ਫੈਸਲਾ ਕਰਨਗੇ ਕਿ ਕੌਣ ਸ਼ਕਤੀਸ਼ਾਲੀ ਹੈ। ਇਵੇਂ ਮੁੱਕੇਬਾਜ਼ੀ ਤੇ ਕੁਸ਼ਤੀਆਂ ਦੇ ਮੁਕਾਬਲੇ ਆਰੰਭ ਹੋਏ। ਮੁੱਢ ਵਿੱਚ ਦੌੜਾਂ, ਛਾਲਾਂ ਤੇ ਪੱਥਰ ਸੁੱਟਣ ਦੇ ਹੀ ਮੁਕਾਬਲੇ ਹੁੰਦੇ ਸਨ, ਜਿਹੜੇ ਵਾਸਤਵ ਵਿੱਚ ਸ਼ਿਕਾਰ ਦੇ ਪੈਂਤੜੇ ਸਨ, ਤੇ ਇਹਨਾਂ ਨੂੰ ਐਥਲੈਟਿਕਸ ਕਿਹਾ ਜਾਣ ਲੱਗ ਪਿਆ। ਇਹ ਖੇਡਾਂ ਲਗਭਗ 800 ਸਾਲ ਚੱਲਦੀਆਂ ਰਹੀਆਂ। ਧੰਨਵਾਦ। ਨੈਕਸਟ, ਜਨਕ ਨੇ ਗਿਆਨ ਵਾਲਕੀਆ ਨੂੰ ਪੁੱਛਿਆ, ਉਹ ਕਿਹੜੀ ਰੋਸ਼ਨੀ ਹੈ ਜਿਸ ਨਾਲ ਅਸੀਂ ਆਲੇ ਦੁਆਲੇ ਨੂੰ ਵੇਖਦੇ, ਇੱਧਰ ਉੱਧਰ ਜਾਂਦੇ ਤੇ ਕਾਰਜ ਕਰਦੇ ਹਾਂ। ਸੂਰਜ ਉਹ ਰੋਸ਼ਨੀ ਹੈ ਜਿਹੜੀ ਸਭਨਾਂ ਜੀਵਾਂ ਨੂੰ ਚਲਾਉਂਦੀ ਹੈ। ਜਦੋਂ ਸੂਰਜ ਨਹੀਂ ਹੁੰਦਾ, ਉਦੋਂ ਅਸੀਂ ਕਿਵੇਂ ਕੰਮ ਚਲਾਉਂਦੇ ਹਾਂ? ਉਦੋਂ ਅਸੀਂ ਚੰਦਰਮਾ ਦੀ ਰੋਸ਼ਨੀ ਨਾਲ ਵੇਖਦੇ ਹਾਂ। ਜਦੋਂ ਸੂਰਜ ਚੰਦਰਮਾ ਦੋਵੇਂ ਨਹੀਂ ਹੁੰਦੇ, ਉਦੋਂ ਅਸੀਂ ਦੀਵਾ ਜਗਾ ਕੇ, ਅੱਗ ਬਾਲ ਕੇ ਕੰਮ ਕਰਦੇ ਹਾਂ ਤੇ ਜੀਵਨ ਨਿਰਬਾਹ ਕਰਦੇ ਹਾਂ। ਜਦੋਂ ਦੀਵਾ ਬੁਝਾ ਦਿੱਤਾ ਜਾਂਦਾ, ਅੱਗ ਬੁਝ ਜਾਂਦੀ ਹੈ, ਉਦੋਂ ਅਸੀਂ ਬੋਲ ਕੇ ਇੱਕ ਦੂਜੇ ਨੂੰ ਪਛਾਣਦੇ ਤੇ ਕਾਰਜ ਕਰਦੇ ਹਾਂ। ਜਦੋਂ ਸੂਰਜ ਡੁੱਬ ਗਿਆ ਹੋਵੇ, ਮੱਸਿਆ ਦੀ ਰਾਤ ਹੋਵੇ, ਅੱਗ ਬੁਝ ਗਈ ਹੋਵੇ, ਦੀਵਾ ਜਗਿਆ ਨਾ ਹੋਵੇ, ਚੁੱਪ ਪਸਰ ਗਈ ਹੋਵੇ, ਉਦੋਂ ਅਸੀਂ ਕਿਵੇਂ ਕੰਮ ਚਲਾਉਂਦੇ ਹਾਂ? ਜਦੋਂ ਸਾਰੀਆਂ ਬਾਹਰੀ ਰੋਸ਼ਨੀਆਂ ਲੋਪ ਹੋ ਜਾਂਦੀਆਂ ਹਨ, ਉਦੋਂ ਅਸੀਂ ਅੰਦਰੂਨੀ ਰੋਸ਼ਨੀ, ਆਤਮਾ ਦੀ ਰੋਸ਼ਨੀ ਵਰਤਦੇ ਹਾਂ। ਇਸ ਰੋਸ਼ਨੀ ਨਾਲ ਸਾਰਿਆਂ ਦੇ ਦਿਲ, ਹਿਰਦੇ ਤੇ ਮਨ ਰੋਸ਼ਨ ਹੋ ਜਾਂਦੇ ਹਨ। ਧੰਨਵਾਦ। ਮੌਕੇ ਅਨੁਸਾਰ ਢੁਕਵਾਂ ਉੱਤਰ ਸੁਝਣਾ ਯੋਗਤਾ ਦਾ ਪ੍ਰਮਾਣ ਹੁੰਦਾ ਹੈ। ਰੇਲਵੇ ਵਿੱਚ ਅਧਿਕਾਰੀਆਂ ਨੂੰ ਪਰਿਵਾਰਿਕ ਪਾਸ ਮਿਲਦੇ ਹਨ। ਇੱਕ ਵਾਰੀ ਇੱਕ ਵੱਡੇ ਅਧਿਕਾਰੀ ਦੀ ਅਨਪੜ੍ਹ ਮਾਂ ਹੋਰ ਜੀਆਂ ਨਾਲ ਉਤਲੇ ਦਰਜੇ ਦੇ ਡੱਬੇ 'ਚ ਯਾਤਰਾ ਕਰ ਰਹੀ ਸੀ ਤੇ ਇੱਕ ਸਟੇਸ਼ਨ 'ਤੇ ਉਹ ਆਪਣੇ ਡੱਬੇ ਦੇ ਬਾਹਰ ਪਲੇਟਫਾਰਮ 'ਤੇ ਖਲੋਤੀ ਸੀ। ਉਹਨੂੰ ਵੇਖ ਕੇ ਇੱਕ ਜਨਾਨਾ ਸਵਾਰੀ ਨੇ ਉਹਨੂੰ ਆਪਣੀ ਟਿਕਟ ਵਿਖਾਉਂਦਿਆਂ ਪੁੱਛਿਆ, ਬੀਬੀ ਜੀ, ਵੇਖ ਕੇ ਦੱਸਣਾ ਟਿਕਟ ਕਿਹੜੇ ਡੱਬੇ ਦੀ ਹੈ? ਆਲੇ ਦੁਆਲੇ ਹੋਰ ਲੋਕ ਵੀ ਖੜੇ ਸਨ, ਹੋਰ ਅਧਿਕਾਰੀਆਂ ਦੇ ਮਾਪੇ ਵੀ ਸਨ। ਅਨਪੜ੍ਹ ਮਾਂ ਨੇ ਆਪਣੇ ਅਫਸਰ ਪੁੱਤਰ ਦੀ ਇੱਜ਼ਤ ਦੀ ਰਾਖੀ ਕਰਦਿਆਂ ਕਿਹਾ, ਮੈਂ ਜ਼ਰੂਰ ਦੱਸ ਦਿੰਦੀ, ਪਰ ਮੇਰੀ ਐਨਕ ਘਰ ਰਹਿ ਗਈ ਹੈ। ਧੰਨਵਾਦ। ਨੈਕਸਟ, ਮਦਰ ਟੈਰੇਸਾ ਕਹਿ ਰਹੀ ਸੀ, ਜਦੋਂ ਤੂਫਾਨ ਭੂਚਾਲ ਆਉਂਦਾ ਹੈ ਤਾਂ ਮੇਰੇ ਵਿੱਚ ਲੋੜਵੰਦਾਂ ਲਈ ਕਰੋੜਾਂ ਰੁਪਏ ਇਕੱਠੇ ਕਰਨ ਦੀ ਹਿੰਮਤ ਜਾਗ ਪੈਂਦੀ ਹੈ, ਪਰ ਜਦੋਂ ਮੈਨੂੰ ਪੈਸੇ ਦੀ ਨਿੱਜੀ ਲੋੜ ਪੈਂਦੀ ਹੈ ਤਾਂ ਮੇਰੇ ਕੋਲ ਬਿਜਲੀ ਦਾ ਬਿੱਲ ਦੇਣ ਦੇ ਵੀ ਪੈਸੇ ਨਹੀਂ ਹੁੰਦੇ। ਲੋਕਾਂ ਵਾਸਤੇ ਮੈਂ ਕਰੋੜਾਂ ਰੁਪਏ ਇਕੱਠੇ ਕਰ ਸਕਦੀ ਹਾਂ। ਇਹ ਬੜਾ ਸੌਖਾ ਕੰਮ ਹੈ, ਕਿਉਂਕਿ ਇਸ ਵਿੱਚ ਸਵਾਰਥ ਨਹੀਂ ਹੁੰਦਾ। ਮਦਰ ਟੈਰੇਸਾ ਨੇ ਲੱਖਾਂ ਬੁਝੇ ਹੋਏ ਦੀਵਿਆਂ ਵਿੱਚ ਆਸ ਦਾ ਤੇਲ ਪਾਇਆ, ਡਿੱਗਿਆਂ ਹੋਇਆਂ ਨੂੰ ਚੁੱਕਿਆ, ਕੋੜੀਆਂ ਨੂੰ ਸੰਭਾਲਿਆ, ਨਿਆਸਰਿਆਂ ਨੂੰ ਆਸਰਾ ਦਿੱਤਾ। ਉਹ ਖਾਲੀ ਹੱਥ ਆਈ ਸੀ, ਉਹ ਖਾਲੀ ਹੱਥ ਚਲੀ ਗਈ, ਪਰ ਉਹਦੇ ਜਾਣ 'ਤੇ ਸਾਰਾ ਸੰਸਾਰ ਰੋਇਆ ਸੀ। ਉਹਨੇ ਮੌਤ ਦੇ ਅਖਾੜੇ 'ਚ ਜ਼ਿੰਦਗੀ ਦੀ ਬਾਜ਼ੀ ਲਾਈ ਸੀ। ਉਹ ਜਿੱਤੀ ਸੀ ਤੇ ਜਿੱਤ ਕੇ ਮੈਦਾਨ ਹੋਰਾਂ ਲਈ ਛੱਡ ਗਈ ਸੀ। ਜਦੋਂ ਬਿਮਾਰ ਪੈ ਗਈ ਤਾਂ ਉਹਦੀ ਦੇਖਭਾਲ ਲਈ ਇੱਕ ਨਰਸ ਰੱਖੀ ਗਈ,
ਨਰਸ ਉਹਦਾ ਓਨਾ ਧਿਆਨ ਨਹੀਂ ਸੀ ਰੱਖਦੀ ਜਿੰਨਾ ਉਹ ਨਰਸ ਦਾ ਰੱਖਦੀ ਸੀ। ਪਤਾ ਹੀ ਨਹੀਂ ਸੀ ਲੱਗਦਾ ਬਿਮਾਰ ਕੌਣ ਸੀ ਤੇ ਨਰਸ ਕੌਣ ਸੀ। ਧੰਨਵਾਦ। ਨੈਕਸਟ, ਇੱਕ ਜਰਨੈਲ ਨੇ ਕਿਹਾ ਭੈੜੀ ਖਬਰ ਹੈ, ਫੌਜ ਹਾਰ ਰਹੀ ਹੈ। ਦੂਜਾ ਜਰਨੈਲ ਬੋਲਿਆ ਮੇਰੀ ਖਬਰ ਤਾਂ ਤੇਰੀ ਖਬਰ ਨਾਲੋਂ ਵੀ ਭੈੜੀ ਹੈ। ਤੇਰੀ ਖਬਰ ਕੀ ਹੈ? ਮੇਰੀ ਖਬਰ ਹੈ ਕਮਾਂਡਰ ਹੌਸਲਾ ਛੱਡ ਰਿਹਾ ਹੈ। ਧੰਨਵਾਦ।